ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ जपो एक ओंकार सतनाम करता पुरख निर्भय निर्वैर अकाल मूर्त अजूनी आज सत जुगार सत करते सत ओंकार सतनाम करता पुरख निर्भय अकाल मूर्त अजूनी प्रसाद आज सत ओंकार व्यक्ति की फतेह ओंकार सतनाम करता पुरख निर्भय निर्वैर काल मूर्त अयोनि सैवं गुर प्रसाद जप आज सत जुगार सत हैप्पी सत नानक होसी भी सत बोली क्या तू मेरा वन है क्या मोह संदा सब मैनू सौंपिया क्या तेरा बंदा लक्ष्मी तोड़ ना आए खत रहंदा लख 84 मेदनी सब सेव करता वैरी विकर सब कीतिया मैं मंगे मंदा देखा कोई ना पुछे ना हर वक्त संदा
ਸਤਨਾਮ ਸ੍ਰੀ ਵਾਹਿਗੁਰੂ ਜਿਉ ਬੁਲਾਵੇ ਤੂੰ ਬੋਲਾ ਸੁਆਮੀ ਕੁਦਰਤ ਕਉ ਹਮਾਰੀ ਸਾਧ ਸੰਗ ਨਾਨਕ ਜਪਿਓ ਜੋ ਪ੍ਰਭ ਕੀ ਉਪਕਾਰੇ ਬ੍ਰਹਮ ਪ੍ਰਣਾਮ ਪ੍ਰਣਾਮ ਪੁੰਨ ਪ੍ਰਣਾਮ ਸਭ ਸੰਤ ਕਰਤ ਮੰਗਲਾਚਾਰਿ ਹੋ ਨਾਸਤ ਵਿਘਨ ਅਨੰਤ ਆਦਿ ਗੁਰ ਏ ਨਮః ਦੁਆਦ ਗੁਰੇ ਨਮః ਸਤਿਗੁਰੇ ਨਮః ਸ੍ਰੀ ਗੁਰਦੇਵ ਏ ਨਮః ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਤਨ ਦੁਖੀ ਕੋਈ ਮਨ ਦੁਖੀ ਤਨ ਤਾਰਤ ਸਭੀ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਸੰਤਨ ਕਾ ਦਾਸ ਆਖੋ ਸਤਿਨਾਮ ਫਿਰ ਆਖੋ ਸਤਿਨਾਮ ਸਭ ਨਿਸ਼ਚੈ ਕਰਕੇ ਆਖੋ ਵਾਹਿਗੁਰੂ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਨਾਲੇ Thank you.
ਕਿਰਪਾ ਕਰ ਦਿਓ ਦਾਤਾ, ਐਸੀ ਕਿਰਪਾ ਕਰ ਦਿਓ ਈਸ਼ਵਰ। ਕਿਰਪਾ ਕਰ ਦਿਓ ਦਾਤਾ, ਐਸੀ ਕਿਰਪਾ ਕਰ ਦਿਓ ਈਸ਼ਵਰ। ਤੇਰੇ ਚਰਨਾਂ ਨਾਲ ਪਿਆਰ ਕਰਾਂ, ਬਚਨਾਂ ਨਾਲ ਪਿਆਰ ਕਰਾਂ, ਸੇਵਾ ਕਰਕੇ ਸਿਮਰਨ ਕਰਕੇ ਕਦੇ ਵੀ ਨਾ ਹੰਕਾਰ ਕਰਾਂ। ਸੇਵਾ ਕਰਕੇ ਸਿਮਰਨ ਕਰਕੇ ਕਦੇ ਵੀ ਨਾ ਹੰਕਾਰ ਕਰਾਂ। ਗੁਰਬਾਣੀ ਤੇ ਅਮਲ ਕਮਾ ਕੇ ਦੂਰਾ ਬੇੜਾ ਪਾਰ ਕਰਾਂ। ਗੁਰਬਾਣੀ ਤੇ ਅਮਲ ਕਮਾ ਕੇ ਦੁੱਖਦਾ ਬੇੜਾ ਪਾਰ ਕਰਾਂ। ਦੁਨੀਆ ਗਰੀਬਾਂ ਦੀ ਸੇਵਾ ਕਰਕੇ ਮਨ ਨੂੰ ਠੰਡਾ ਸਾਰ ਕਰਾਂ। ਗਰੀਬਾਂ ਦੀ ਸੇਵਾ ਕਰਕੇ ਮਨ ਨੂੰ ਠੰਡਾ ਸਾਰ ਕਰਾਂ। ਸਭ ਬੰਧਾਂ ਤੇ ਝਗੜੇ ਛੱਡ ਕੇ ਹਰ ਇੱਕ ਦਾ ਸਤਿਕਾਰ ਕਰਾਂ। ਸਭ ਬੰਧਾਂ ਤੇ ਝਗੜੇ ਛੱਡ ਕੇ ਹਰ ਇੱਕ ਦਾ ਸਤਿਕਾਰ ਕਰਾਂ। ਨਾ ਕੋਈ ਵੈਰੀ ਨਾ ਹੈ ਬਿਗਾਨਾ, ਇਸੇ ਦਾ ਵਰਤਾਓ ਕਰਾਂ। ਨਾ ਕੋਈ ਵੈਰੀ ਨਾ ਹੈ ਬਿਗਾਨਾ, ਇਸੇ ਦਾ ਵਰਤਾਓ ਕਰਾਂ। ਆਪਣੇ ਗੁਰਾਂ ਦੀ ਸੇਵਾ ਬਦਲੇ 5 ਲੱਖ ਗੁਲਾਮ ਕਰਾਂ। ਆਪਣੇ ਗੁਰਾਂ ਦੀ ਸੇਵਾ ਬਦਲੇ 5 ਲੱਖ ਗੁਲਾਮ ਕਰਾਂ। ਜੇ ਸੂਈ ਤੇ ਪੈ ਜਾਏ ਚੜ੍ਹਨਾ, ਕਦੀ ਨਾ ਇਨਕਾਰ ਕਰਾਂ। ਜੇ ਸੂਈ ਤੇ ਪੈ ਜਾਏ ਚੜ੍ਹਨਾ, ਕਦੇ ਵੀ ਨਾ ਇਨਕਾਰ ਕਰਾਂ। ਰੱਬ ਦੇ ਪਿਆਰਿਆਂ ਤੋਂ ਜੁਗਤੀ ਪੁੱਛ ਕੇ ਇੱਕ ਦਿਨ 10 ਵਾਰ ਕਰਾਂ। ਰੱਬ ਦੇ ਪਿਆਰਿਆਂ ਤੋਂ ਜੁਗਤੀ ਪੁੱਛ ਕੇ ਇੱਕ ਦਿਨ 10 ਵਾਰ ਕਰਾਂ। ਜਿਹੜਾ ਦਰਸ਼ਨ ਕਰਾਵੇ ਤੇਰਾ, ਉਹਦਾ ਸ਼ੁਕਰ 1000 ਕਰਾਂ। ਜਿਹੜਾ ਦਰਸ਼ਨ ਕਰਾਵੇ ਤੇਰਾ, ਉਹਦਾ ਸ਼ੁਕਰ 1000 ਕਰਾਂ। ਕੁਰਬਾਨੀ ਕਰੇ ਮੈਂ ਉਸ ਤੇ ਚੱਲਾਂ, ਮਰਨਾ ਮੈਂ ਇਤਬਾਰ ਕਰਾਂ। ਕੁਰਬਾਨੀ ਕਰੇ ਮੈਂ ਉਸ ਤੇ ਚੱਲਾਂ, ਮਰਨਾ ਨਾ ਇਤਬਾਰ ਕਰਾਂ। ਗੁਰਦਾ ਬਚਨ ਵਸੇ ਜੀ ਨਾਲੇ, ਗੁਰਦਾ ਬਚਨ ਵਸੇ ਜੀ ਨਾਲੇ, ਗੁਰਦਾ ਬਚਨ ਵਸੇ ਜੀ ਨਾਲੇ, ਗੁਰਦਾ ਬਚਨ ਵਸੇ ਜੀ ਨਾਲੇ। ਗੁਰ ਕੇ ਜੈ ਤੋਏ ਤੋਏ ਜੀਵਾ, ਗੁਰ ਕੇ ਚਰਨ ਤੋਏ ਤੋਏ ਜੀਵਾ, ਤੋਏ ਤੋਏ ਜੀਵਾ। ਪਰ ਗੁਰ ਗੋਬਿੰਦ ਦੇਖ ਦੇਖ ਜੀਵਾ, ਤੋਏ ਸਾਰੇ ਸ਼ਾਨ ਦੇਖ ਦੇਖ ਜੀਵਾ, ਸਾਰੇ ਸ਼ਾਨ ਦੇਖ ਦੇਖ ਜੀਵਾ। ਬਚਨ ਵਸੇ ਜੀ ਨਾਲੇ, ਗੁਰਦਾ ਬਚਨ ਵਸੇ ਜੀ ਨਾਲੇ, ਬਚਨ ਵਸੇ ਜੀ ਨਾਲੇ, ਗੁਰਦਾ ਬਚਨ ਵਸੇ ਜੀ ਨਾਲੇ। ਗੁਰਦਾ ਬਚਨ ਵਸੇ ਜੀ ਨਾਲੇ, ਬਚਨ ਵਸੇ ਜੀ ਨਾਲੇ, ਗੁਰਦਾ ਬਚਨ ਵਸੇ ਜੀ ਨਾਲੇ। ਗੁਰਦਾ ਬਚਨ ਵਸੇ ਜੀ ਨਾਲੇ, ਬਚਨ ਵਸੇ ਜੀ ਨਾਲੇ, ਗੁਰਦਾ ਬਚਨ ਵਸੇ ਜੀ ਨਾਲੇ। ਵੀ ਅਟੈਂਟਿਵ ਧਿਆਨ ਦਿਓ। ਸਮਾਂ ਬਹੁਤ ਕੀਮਤੀ ਹੈ। ਇਸ ਸਮੇਂ ਨੂੰ ਸੰਭਾਲਣ ਲਈ ਹੁਣ ਸਾਰੇ ਦੀ ਸਾਰੀ ਸੁਰਤ ਆਪਣੀ ਇਸ ਪਾਸੇ ਲਗਾ ਲਓ। ਕਿਸੇ ਦੀ ਆਵਾਜ਼ ਬਿਲਕੁਲ ਨਾ ਆਏ, ਕਿਸੇ ਦੀ ਧਿਆਨ ਇੱਧਰ ਉੱਧਰ ਨਾ ਜਾਏ। ਅਰੇ ਭਾਈ, ਜੇ ਤੁਸੀਂ ਦੇਖਦੇ ਰਹੇ ਔਰ ਕੌਣ ਆਇਆ ਕੌਣ ਗਿਆ, ਇੱਧਰ ਕੋਈ ਕੀ ਕਰ ਰਿਹਾ ਹੈ ਔਰ ਕੋਈ ਕਿਵੇਂ ਖਲੋਤਾ ਹੈ। ਜਿਸ ਮਨ ਨੂੰ ਕਾਬੂ ਕਰਨਾ ਉਹ ਤਾਂ ਬਾਹਰ ਹੀ ਦੌੜਿਆ ਰਿਹਾ, ਸਤਸੰਗ ਕਿਹਨੂੰ ਸੁਣਾਓਗੇ। ਸੁਣਨ ਵਾਲਾ ਤਾਂ ਗੈਰ ਹਾਜ਼ਰ ਰਿਹਾ। ਇਸ ਲਈ
ਕਰਨ ਲਈ ਆਪਣੀਆਂ ਅੱਖਾਂ ਜਿਹੜੀਆਂ ਇਹਨਾਂ ਨੂੰ ਸਤਿਗੁਰੂ ਦੇ ਚਰਨਾਂ ਵੱਲ ਲਗਾ ਲਓ। ਅੰਦਰ ਵਿੱਚ ਗੁਰੂ ਦੇ ਕਹੇ ਹੋਏ ਬਚਨਾਂ ਦੀ ਆਰਾਧਨਾ ਕਰੋ। ਜੀਭਾਂ ਨਾਲ ਸਿਮਰਨ ਕਰੋ। ਕੰਨਾਂ ਦੁਆਰਾ ਯਾਨੀ ਗੁਰੂ ਮਹਾਰਾਜ ਦੀ ਉਸਤਤ ਸਰਵਨ ਕਰੋ। ਕੁਝ ਇੱਥੋਂ ਦੇ ਜ਼ਰੂਰੀ ਅਸੂਲ ਹਨ ਜਿਹੜੇ ਕਿ ਨਵੇਂ ਬੰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ। ਸਭ ਤੋਂ ਪਹਿਲਾਂ ਕੋਈ ਵੀ ਪੁਰਸ਼ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਆਉਣ ਜਾਣ ਸਮੇਂ ਮੱਥਾ ਟੇਕਣ ਦੀ ਗਲਤੀ ਨਾ ਕਰੇ। ਯਾਨੀ ਮੇਰੇ ਪੈਰੀਂ ਹੱਥ ਨਾ ਲਗਾਏ। ਮੈਂ ਕੋਈ ਸੰਤ ਨਹੀਂ ਹਾਂ। ਤੁਸੀਂ ਅਸੀਸ ਦਿਓ ਮੈਂ ਤੁਹਾਡੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਗੁਰਸਿੱਖੀ ਕਮਾ ਕੇ ਗੁਰਸਿੱਖੀ ਵੰਡਦਾ ਰਵਾਂ। ਜੇ ਤੁਸੀਂ ਮੱਥਾ ਟੇਕਣਾ ਤਾਂ ਇਹੋ ਜਿਹਾ ਟੇਕੋ ਜਿਹੜਾ ਜ਼ਿੰਦਗੀ ਵਿੱਚ ਕਦੇ ਦੁਬਾਰਾ ਚੁੱਕਣਾ ਹੀ ਨਾ ਪਵੇ। ਇਹ ਮੱਥਾ ਟੇਕਿਆ ਸੱਚੀ ਪ੍ਰਵਾਨ ਨਹੀਂ ਹੁੰਦਾ। ਕਿਉਂ? ਅਸੀਂ ਕਿਹੋ ਜਿਹਾ ਮੱਥਾ ਟੇਕਦੇ ਹਾਂ। ਸਲਾਮ ਜਵਾਬ ਦੋਵੇ ਕਰੇ ਮੁੱਢੋਂ ਖਾ ਜਾਏ, ਨਾਨਕ ਦੋਵੇ ਕੂੜੀਆਂ ਖਾਏ ਨਾ ਖਾਈ ਪਾਏ। ਮੈਂ ਬਹੁਤ ਵਾਰ ਤੁਹਾਨੂੰ ਕਹਿ ਚੁੱਕਾ ਹਾਂ ਕਿ ਮੱਥਾ ਜ਼ਿੰਦਗੀ ਵਿੱਚ ਇੱਕੋ ਵਾਰ ਟੇਕੀਦਾ, ਬਾਰ-ਬਾਰ ਨਹੀਂ। ਮੱਥੇ ਟੇਕਣ ਦਾ ਮਤਲਬ ਹੁੰਦਾ ਹੈ ਐ ਸਤਿਗੁਰੂ ਮੈਂ ਹੁਣ ਆਪ ਜੀ ਦੇ ਬਚਨਾਂ ਦਾ ਇੱਕ ਮਰੀਦ ਬਣ ਚੁੱਕਾ ਹਾਂ ਅਤੇ ਮੇਰਾ ਸਰੀਰ ਅਤੇ ਮਨ ਮੁਰਦਾ ਹੋ ਚੁੱਕਾ ਹੈ। ਹੁਣ ਮੈਂ ਇਸ ਤੋਂ ਆਪਣੀ ਆਪ ਦੀ ਇੱਛਾ ਤੋਂ ਬਗੈਰ ਕਦੇ ਕੋਈ ਕੰਮ ਨਹੀਂ ਲਵਾਂਗਾ। ਆਖੋ ਸਤਿਨਾਮ। ਤੁਹਾਨੂੰ ਪਤਾ ਹੈ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦਾ ਉਹਨਾਂ ਨੂੰ ਖਿਤਾਬ ਕਿਉਂ ਦਿੱਤਾ? ਇੱਕ ਵਾਰ ਗੁਰੂ ਸਾਹਿਬ ਉਹਨਾਂ ਨੂੰ ਪਿਆਰ ਕਰਨ ਲੱਗੇ। ਉਹਨਾਂ ਦੀ ਬਾਹ ਕਿਤੇ ਅੱਗੇ ਲੰਘ ਗਏ। ਆਖੋ ਸਤਿਨਾਮ। ਉਹਨਾਂ ਨੇ ਇੱਥੇ ਤੱਕ ਆਪਣੇ ਮਨ ਤੇ ਕੰਟਰੋਲ ਕੀਤਾ ਹੋਇਆ ਸੀ। ਕਹਿਣ ਲੱਗੇ ਇਹ ਬਾਹ ਤੋਂ ਸਾਰੀ ਉਮਰ ਕੰਮ ਹੀ ਨਹੀਂ ਲੈਣਾ ਜਿਸ ਬਾਹ ਨੇ ਹਜ਼ੂਰ ਮਹਾਰਾਜ ਦੇ ਅੱਗਿਓਂ ਕਿਉਂ ਲੰਘੀ। ਸੁਣਿਆ? ਇਨਮਾਨ ਲਾਓ ਗੁਰ ਕਾ ਬਚਨ ਬਸੇ ਜਿਉ ਨਾਲੇ। ਇਹ ਅੱਜ ਤਕਰੀਬਨ ਇਸ ਸਾਲ ਦੀ ਲਾਸਟ ਡੇਟ ਹੈ। ਤੁਸੀਂ ਬਹੁਤ ਬਹੁਤ ਗੁੱਡ ਲੱਕੀ ਹੋ। ਅਗਲਾ ਸਾਲ ਇਤਨਾ ਭਿਆਨਕ ਆਉਣ ਵਾਲਾ ਹੈ ਕਿ ਜਿਸ ਨੂੰ ਤੁਸੀਂ ਹੈਰਾਨੀ ਨਾਲ ਕਈ ਅਜਿਹੀਆਂ ਗੱਲਾਂ ਦੇਖਿਆ ਕਰੋਗੇ ਜਿਹੜੀਆਂ ਤੁਸੀਂ ਸੋਚੀਆਂ ਵੀ ਨਹੀਂ ਹੋਣਗੀਆਂ। ਆਖੋ ਸਤਿਨਾਮ। ਇਹ ਭਗਤਾਂ ਲਈ ਬੜਾ ਲਾਭਦਾਇਕ ਹੈ ਅਤੇ ਸਮਾਂ ਗੁਰਸਿੱਖਾਂ ਨੂੰ ਗੁਰਮੁਖਾਂ ਨੂੰ ਗੁਰਬਾਣੀ ਵੱਲੋਂ ਮੋੜੇਗਾ, ਜਗਤ ਵੱਲ ਜੋੜੇਗਾ, ਗੁਰ ਚਰਨਾਂ ਤੋਂ ਉਠਾਏਗਾ ਅਤੇ ਆਪਣੇ ਵੱਲ ਲਾਏਗਾ। ਇਹ ਕੋਈ ਵੇਲਾ ਹੀ ਹੋਏਗਾ ਜਿਸ ਵਿੱਚ ਗੁਰ ਭਗਤ ਹੋ ਜਾਏ ਜਿਹੜਾ ਆਪਣੇ ਜਨਮ ਮਰਨ ਦੇ ਚੱਕਰ ਤੋਂ ਹੱਟ ਕੇ ਗੁਰੂ ਦੇ ਦਰਸ਼ਨਾਂ ਦੀ ਆਰਾਧਨਾ ਕਰਦਾ ਹੈ। ਯੂਨੀਵਰਸਿਟੀ ਤੋਂ ਕੱਢਿਆ ਜਾਂਦਾ। ਫਿਰ ਉਹ ਕੀ ਕਰਦਾ? ਜਦੋਂ ਉਹਨੂੰ ਕਿਤੇ ਫਿਰ ਥਾਂ ਨਹੀਂ ਮਿਲਦੀ, ਜਿਨ੍ਹਾਂ ਲੋਕਾਂ ਨੂੰ ਘੱਟ ਨੰਬਰ ਮਿਲਦੇ ਆ ਉਹ ਫਿਰ ਜਾ ਕੇ ਬਾਹਰਲੀਆਂ ਸਟੇਟਾਂ ਤੇ ਜਾ ਕੇ ਠੱਗ ਵਾਲੇ ਉੱਥੇ ਜਾ ਕੇ ਕੋਰਸ ਕਰਕੇ ਆਉਂਦੇ ਨੇ। ਆਖੋ ਸਤਿਨਾਮ। ਸੁਣਿਆ? ਜਿਨ੍ਹਾਂ ਨੂੰ ਘੱਟ ਨੰਬਰ ਮਿਲਦੇ ਆ, ਜਿਨ੍ਹਾਂ ਦੀ ਮਿਹਨਤ ਘੱਟ ਹੈ, ਧਿਆਨ ਘੱਟ ਹੈ, ਉਹ ਫਿਰ ਬਾਹਰਲੀ ਸਟੇਟ ਜਾ ਕੇ ਦਾਖਲਾ ਲੈਂਦੇ ਨੇ, ਉੱਥੋਂ ਜਾ ਕੇ ਪਾਸ ਕਰਨ ਦਾ ਯਤਨ ਕਰਦੇ ਨੇ। ਇਉਂ ਜਿਨ੍ਹਾਂ ਦੇ ਅੰਦਰ ਗੁਣ ਘੱਟ ਰਹਿ ਜਾਂਦੇ ਨੇ, ਲੈਸ਼ਨ ਅਟੈਂਡ ਕਰਨ ਦੇ ਬਾਵਜੂਦ ਵੀ ਮਨ ਦੇ ਆਖੇ ਲੱਗਣੋਂ ਬਾਹਰ ਨਹੀਂ ਆਉਂਦੇ, ਉਹਨਾਂ ਦੇ ਕਰਮ ਹੀ ਉਹਨਾਂ ਨੂੰ ਸਤਿਗੁਰੂ ਤੇ ਉਤਨਾ ਦੂਰ ਕਰ ਦਿੰਦੇ ਹਨ ਕਿ ਉਹਨਾਂ ਨੂੰ ਸੰਸਾਰੀ ਚੱਕਰ ਦਾ ਸੁੱਖ ਮਹਿਸੂਸ ਹੋਣ ਲੱਗ ਪੈਂਦਾ ਹੈ। ਸੰਸਾਰਕ ਸੁੱਖਾਂ ਵੱਲ ਉਹਨਾਂ ਦੀਆਂ ਮੁਹਾਰਾਂ ਮੁੜ ਜਾਂਦੀਆਂ ਹਨ ਅਤੇ ਉਹ ਇਸ ਜੀਵਨ ਤੋਂ ਉੱਕ ਜਾਂਦੇ ਨੇ ਜਿਹੜਾ ਜੀਵਨ ਸਦਾ ਲਈ ਸੁੱਖ ਦੇਣ ਵਾਲਾ ਹੈ। ਯਾਦ ਰੱਖੋ, ਚਾਹੁੰਦਾ ਤੇ ਕੈਦੀ ਵੀ ਹੈ ਮੈਂ ਘਰ ਜਾਵਾਂ। ਆਖੋ ਸਤਿਨਾਮ। ਕੈਦੀ ਚਾਹੁੰਦਾ ਮੈਂ ਘਰ ਜਾਵਾਂ, ਹਾੜੀਆਂ ਸੌਣੀਆਂ ਬੀਜਾਂ, ਸਰਵਿਸ ਕਰਾਂ, ਬੱਚਿਆਂ ਨੂੰ ਮਿਲਾਂ, ਐਕਸਕਿਊਜ਼ ਨੂੰ ਵੀ ਮੰਨਦੇ, ਪਰ ਯਾਦ ਰੱਖੋ 20 ਸਾਲੀ ਪੂਰੀ ਹੋਣ ਤੋਂ ਬਾਅਦ ਉਹਨੂੰ ਘਰ ਨਹੀਂ ਆਉਣ ਦਿੰਦੇ। ਕੀਤਾ ਜੀ? ਨਹੀਂ ਆਉਣ ਦਿੰਦੇ। ਦੁਨੀਆ ਦੇ ਹਜ਼ਾਰਾਂ ਲੋਕ ਜੇਲ੍ਹਾਂ 'ਚ ਡੱਕੇ ਹੋਏ ਨੇ ਕੁਕਰਮ ਕਰਨ ਕਰਕੇ। ਉਹ ਕਰੋੜਾਂ ਭਾਗਾਂ ਵਾਲਾ ਜੀਵ ਹੈ ਜਿਹਨੂੰ ਸਤਿਗੁਰੂ ਦੇ ਚਰਨਾਂ ਦੀ ਜੇਲ੍ਹ ਮਿਲੇ। ਸੰਸਾਰੀ ਜੇਲ੍ਹ ਚੋਂ ਨਿਕਲ ਜਾਏ, ਸਤਿਗੁਰੂ ਦੇ ਚਰਨਾਂ ਦੇ ਸੁੱਖ ਮਿਲ ਜਾਣ। ਇਹ ਇੱਕ ਪ੍ਰੇਮ ਦੀ ਜੇਲ੍ਹ ਹੈ, ਉਹ ਇੱਕ ਬਕਾਰਾਂ ਦੀ ਜੇਲ੍ਹ ਹੈ। ਜਿਹੜਾ ਇਸ ਜੇਲ੍ਹ ਵਿੱਚ ਰਹਿ ਕੇ
अपने पूरे कोर्स में नहीं करता, हाल ओदा बुरा है, दूसरे का बुरा हाल नहीं है। बुरा हाल ओदा है जिन्हें इस मंजिल में तय करने कि मैं तुहानू कोल ते कुछ नहीं कहने लगा, जो रेगुलर सुनते हो वही सुनाने लगा। सुनो, जिन्ना चिर मुर्दा नहीं होता उन्ना चिर मरीज नहीं बनता। आखो सतनाम। भावें ये 20 साल 40 साल 100 साल महापुरुषों के कोल भी क्यों ना रहे, जिन्ना चिर मुर्दा नहीं बनता। मुर्दा मुर्दे नूं अग ला दिओ कदे उठदा है, आखो सतनाम। मुर्दे नूं कट दिओ वो कुछ नहीं कहता, मुर्दे नूं किते सुट दिओ थक दिओ कुछ नहीं कहता। गुरु साहब कहते सिख हो जेड़ा बकारा वालों मुर्दा हो गया, जिहदे हिरदे चों दूई उड़ गई। आखो सतनाम। हिंदू मुस्लिम सिख ईसाई दूजा तीजा भिन्न भेद मैं कुछ कह रहा, जे तुसीं इन्नी मेहनत करने के बावजूद भी काम क्रोध लोभ हंकार के संगलां नूं तोड़ नहीं सके तां साडे वर्गा बदकिस्मत कौन होएगा। करोड़ां जन्मां तो बाद ये मेहनत करन दे नाल 7.5 अरब साल बनते। आखो सतनाम। जे बंदा पूरियां 84 का पीना धो के आउंदा ना 7.5 अरब साल बनते। नोट कर लो, जे हुण ना मेरा संभालिया हुण मरदे आके लगन तो मतलब तुसीं ना काबू पाया फिर की होएगा। पौड़ी छुटकी फिर हाथ न आवे अहला जन्म गवाया। क्यों जी, जेड़े असीं फिर सेवा कीती है सिमरन कीता ओदा फल जरूर मिलू, ओदा फल होरां जिन्ना च भी मिलदा है। आखो सतनाम। एक मझ ओहो जे घर चली जावे जिथे उहनूं धुप्पे बन दिंदे ने, कोई पुछदा नहीं, पट्ठे नहीं पैंदे टाइम सिर, वो भी मझ है। एक मझ नूं रोज बुरश मारदे खरखरा मारदे इशनान कराउंदे चंगा दाना पैंदा धुप्पे छावें करदे सुख डाउंदे ओदी कीमत भी ज्यादा है। आखो सतनाम। एक मझ नूं कसाई ले जा रहे हैं, एक दा मुੱਲ पैंदा है दुध दिंदे है, एक कुत्ता कीड़े वाला तुरिया फिरदा कीड़े वाला कुत्ता, ਉਹਨੂੰ ਕੋਈ ਘਰ ਨਹੀਂ ਵੜਨ ਦਿੰਦਾ, ਬਾਹਰ ਵਿਚਾਰੇ ਨੂੰ ਮੱਖੀਆਂ ਨਹੀਂ ਟੰਗਣ ਦਿੰਦੀਆਂ। ਇੱਕ ਕੁੱਤੇ ਕਾਰਾਂ 'ਚ ਬਹਿੰਦੇ ਨੇ। ਇਹ ਜਿਹੜੇ ਤੁਸੀਂ ਕੁਝ ਥੋੜੇ ਬਹੁਤੇ ਕਰਮ ਕੀਤੇ ਹੁੰਦੇ ਨੇ ਇਹਦਾ ਫਲ ਹੋਰਾਂ ਦੁਨੀਆਂ 'ਚ ਵੀ ਮਿਲਦਾ ਹੈ। ਆਖੋ ਸਤਨਾਮ। ਇਹ ਕੋਈ ਗੱਲ ਨਹੀਂ ਖਾਸ। ਫਿਰ ਗੱਲ ਕਿਹੜੀ ਚੀਜ਼ ਹੈ? ਗੱਲ ਇਹ ਹੈ ਵੀ ਇੱਥੇ ਕਾਰਾਂ ਕੋਠੀਆਂ ਜ਼ਮੀਨ ਜਾਇਦਾਦ ਧੀਆਂ ਪੁੱਤਰ ਔਰਤਾਂ ਬਿਜਲੀਆਂ ਜਿੰਨੀਆਂ ਮਰਜ਼ੀ ਹਾਸਲ ਕਰ ਲਓ, ਪਰ ਜਿਹਨੇ ਪਰਿਪੂਰਨ ਪਰਮਾਤਮਾ ਦਾ ਦਰਸ਼ਨ ਨਹੀਂ ਕੀਤਾ, ਜਿਤ ਘਰ ਹਰ ਕੰਤ ਨਾ ਪ੍ਰਗਟੇ ਭਾਖਮ ਨਗਰ ਸੇ ਗ੍ਰਾਮ, ਜਿਨ੍ਹਾਂ ਨੇ ਉਹਦਾ ਦਰਸ਼ਨ ਨਹੀਂ ਕੀਤਾ, ਜਿਹਨੇ ਉਹਦਾ ਦਰਸ਼ਨ ਕਰ ਲਿਆ। ਕਈ ਦਾਅਵਾ ਕਰਦੇ मैं गुरु ग्रंथ साहब महाराज के कोल रोज रहना, मैं रोज दर्शन करना। कोई कहता मैं उन्होंने महापुरुषों ने सतगुरु मानता, मैं उन्होंने दर्शन करना। गल सुन बई, दर्शन करना तो नहीं गल मुकनी, उन्होंने वचन मनने पैणगे। वचन तू मरीज बनना है, जे शौक है तो पानी तो कुछ पीता है। मुर्दा होए मरीज ना गली होना, मुर्दा होए ना मरीज गली
ਤੁਸੀਂ ਡਾਕਟਰਾਂ ਤੋਂ ਪੁੱਛ ਕੇ ਦੇਖੋ ਜਦ ਸੰਖਿਆ ਮਰ ਜਾਂਦਾ ਉਹਦੀ ਦਵਾਈ ਕਿੰਨੀ ਸੋਹਣੀ ਬਣਦੀ ਆਖੋ ਸਤਿਨਾਮ। ਕੱਚਾ ਪਾਰਾ, ਕੱਚਾ ਪਾਰਾ ਜੇ ਕੋਈ ਖਾ ਲਵੇ ਹੱਡਾਂ 'ਚ ਬਹਿ ਜਾਂਦਾ, ਜ਼ਿੰਦਗੀ ਨੂੰ ਲੈ ਜਾਂਦਾ। ਜਾਨਲੇਵਾ ਸਾਬਤ ਹੁੰਦਾ ਕੱਚਾ ਪਾਰਾ ਜੇ ਕੋਈ ਖਾ ਲਵੇ। ਜੇ ਪਾਰਾ ਮਾਰਿਆ ਹੋਇਆ ਮਿਲੇ ਨਾ, ਪਾਰਾ ਮਾਰਿਆ ਹੋਇਆ ਉਹ ਰੋਗਾਂ ਨੂੰ ਦੂਰ ਕਰ ਦਿੰਦਾ। ਇਉਂ ਜਿਹੜਾ ਤੁਹਾਡਾ ਮਨ ਅੱਧ ਕੱਚਾ ਰਹਿ ਜਾਂਦਾ ਨਾ, ਉੱਧਰ ਨਾ ਉੱਧਰ ਆਖੋ ਸਤਿਨਾਮ। ਇਹਨੂੰ ਕਿਤੋਂ ਵੀ ਸਫਲਤਾ ਨਹੀਂ ਮਿਲਦੀ। ਸੁਣਿਆ, ਕੱਚੇ ਆਲੂ ਚੰਗੇ ਨਹੀਂ ਲੱਗਦੇ, ਚੰਗੀ ਤਰ੍ਹਾਂ ਰਿੱਝ ਜਾਣ ਸਵਾਰ ਕੇ ਉਹਨੂੰ ਨਿਮਕ ਰੱਜ ਜਾਏ ਫਿਰ ਚੰਗੇ ਲੱਗਦੇ। ਕੱਚੀ ਸਬਜ਼ੀ ਨੂੰ ਤੁਸੀਂ ਖਾਣਾ ਘੱਟ ਲਾਈਕ ਕਰਦੇ ਹੋ। ਔਰ ਕਈ ਚੀਜ਼ਾਂ ਜਿਹੜੀਆਂ ਬਹੁਤ ਗੌਰ ਨਾਲ ਦੇਖੋ, ਕੱਚੀ ਰੋਟੀ ਨਹੀਂ ਚੰਗੀ ਲੱਗਦੀ, ਅੰਦਰ ਜਾ ਕੇ ਦਰਦ ਕਰਦੀ ਹੈ। ਸਤਿਨਾਮ। ਕੱਚੀਆਂ ਰੋਟੀਆਂ ਮੋਟੀਆਂ ਮੋਟੀਆਂ ਲਾਈਆਂ ਹੋਣ ਤੇ ਫਿਰ ਤਾਂ ਡਾਕਟਰ ਨੂੰ ਆਪੇ ਸੱਦਾ ਦੇਣਾ ਪਊ। ਇਹਦਾ ਮਤਲਬ ਐਗਜ਼ਾਮਪਲ ਸਮਝੋ ਕੀ ਹੈ? ਐਗਜ਼ਾਮਪਲ ਹੈ ਵੀ ਜਿਸ ਪਾਸੋਂ ਵੀ ਤੁਸੀਂ ਕੱਚੇ ਰਹਿ ਗਏ, ਜਦੋਂ ਮਾਂ ਨੂੰ ਕੋਈ ਲੜਕਾ ਛੋਟਾ ਬੱਚਾ ਜਾਂ ਬੱਚੀ ਤੰਗ ਕਰਦੀ ਹੈ ਨਾ, ਲੜਕਾ ਕੋਲੋਂ ਦੀ ਲੰਘ ਜਾਂਦਾ ਸ਼ਰਾਰਤਾਂ ਕਰਕੇ, ਮਾਂ ਦੇ ਹੱਥ ਨਹੀਂ ਆਉਂਦਾ, ਮਾਂ ਕਹਿੰਦੀ ਆ ਤੈਨੂੰ ਪਾਵਾਂ ਭੱਠੀ 'ਚ, ਪਹਿਲਾਂ ਕੱਚਾ ਰਹੇਗਾ। ਜਿੰਨਾ ਚਿਰ ਭੱਠੀ 'ਚ ਨਹੀਂ ਪੈਂਦਾ ਉਹਨਾਂ ਚਿਰ ਸੋਨਾ ਨਹੀਂ ਬਣਨਾ। ਜਿੰਨਾ ਚਿਰ ਭੱਠੀ 'ਚ ਨਹੀਂ ਪੈਂਦਾ ਲੋਹੇ ਦੀ ਕੀਮਤ ਨਹੀਂ ਵਧਣੀ। ਕੁਹਾੜਾ, ਕਈਆਂ, ਘਣ, ਆਹ ਟਰੈਕਟਰ ਦੀਆਂ ਕਰੰਕਾਂ ਭੱਠੀ 'ਚ ਪਈਆਂ ਨੇ, ਆਖੋ ਸਤਿਨਾਮ। ਤਦ ਇਹਨਾਂ ਦੀ ਕੀਮਤ ਲੱਖਾਂ ਰੁਪਏ ਵਧ ਗਈ। ਜਿੰਨਾ ਚਿਰ ਸਤਿਗੁਰੂ ਦੇ ਬਚਨਾਂ ਦੀ ਭੱਠੀ ਦੇ ਆਲੇ ਦੁਆਲੇ ਚੱਕਰ ਕੱਟਦੇ ਫਿਰਦੇ ਹੋ, ਉਨੀ ਦੇਰ ਤੱਕ ਕੁਝ ਬਣਨਾ ਨਹੀਂ। ਕੋਲੇ ਦਾ ਰੰਗ ਪਹਿਲਾਂ ਕਿਉਂ ਜਾਂਦਾ ਹੈ? ਤਾਂ ਅੱਗ 'ਚ ਪਾਇਆ ਲਾਲ ਹੋ ਜਾਂਦਾ। ਇਉਂ ਪ੍ਰੇਮੀ ਸਤਿਗੁਰੂ ਦੀ ਯਾਦ 'ਚ ਕਾਲਾ ਹੋ ਜਾਂਦਾ, ਪਰ ਜਦੋਂ ਸਤਿਗੁਰੂ ਦਾ ਹੁਕਮ ਮੰਨਣ ਵੇਲੇ ਉਹਦਾ ਰੰਗ ਲਾਲ ਹੋ ਜਾਂਦਾ। ਉਹ ਦਿਨੇ ਰਾਤ ਇੱਕੋ ਅਰਦਾਸ ਕਰਦਾ, ਉਹ ਵੇਲਾ ਕਦੋਂ ਆਏਗਾ ਜਦ ਮੈਂ ਉਸ ਦੇ ਘਰ ਪ੍ਰਵਾਨ ਹੋ ਜਾਵਾਂ। ਪਰ ਉੱਥੇ ਪ੍ਰਵਾਨ ਹੋਣ ਲਈ ਉਹ ਰੋਜ਼ ਆਪਣੇ ਸੱਚ 'ਚ ਢਾਲਦਾ। ਜਿਵੇਂ ਉਹ ਦੇਖਦਾ ਹੈ ਕਿ ਇਹ ਠੀਕ ਹੈ, ਤੁਸੀਂ ਮੈਨੂੰ ਅੱਜ ਦੱਸੋ, ਮਾਮੂਲੀ ਦੁੱਧ ਦਾ ਸਵਾਦ ਬਦਲ ਜਾਂਦਾ, ਤੁਹਾਡਾ ਲੈਣ ਨੂੰ ਦਿਲ ਨਹੀਂ ਕਰਦਾ। ਆਖੋ ਸਤਿਨਾਮ। ਫਟ ਜਾਂਦਾ ਨਾ, ਫਟੇ ਹੋਏ ਦੁੱਧ ਨੂੰ ਪੀਣ ਨੂੰ ਦਿਲ ਨਹੀਂ ਕਰਦਾ। ਇਉਂ ਜਦ ਸਾਡਾ ਮਨ ਗੁਰੂ ਦੇ ਬਚਨਾਂ ਨੂੰ, ਬਾਣੀ ਨੂੰ, ਗੀਤਾ ਨੂੰ, ਰਮਾਇਣ ਨੂੰ, ਅੰਜੀਲ ਨੂੰ, ਕੁਰਾਨ ਨੂੰ ਮੰਨਦਾ ਨਹੀਂ, ਫਿਰ ਪਤਾ ਕੀ ਹੁੰਦਾ? ਮਾਂ ਇੱਕ ਵਾਰ ਸਮਝਦੀ, ਕਾਕਾ ਇਹ ਗਲਤੀ ਨਾ ਕਰ ਬੇਟਾ, ਨਾ ਕਰ ਬੇਟਾ। ਜਦ ਨਹੀਂ ਹਟਦਾ ਕਹਿੰਦੀ ਜਾ ਤੇਰੀ ਮਰਜ਼ੀ। ਆਖੋ ਸਤਿਨਾਮ। ਗੁਰੂ ਸਾਹਿਬ ਕਹਿੰਦੇ ਨੇ, ਮਨ ਮੂਰਖ ਕਾਹੇ ਬਿਲ ਲਾਈਐ, ਪੂਰਬ ਲਿਖੇਗਾ। ਆਖੋ ਸਤਿਨਾਮ। ਰੋਣਾ ਪਏਗਾ ਬਈ, ਰੋਣਾ ਪਏਗਾ। ਸ਼ੁੱਧ ਆਤਮਾ, ਸ਼ੁੱਧ ਮਨ ਕਹਿੰਦਾ ਮੈਂ ਗੁਰੂ ਤੋਂ ਕਦੀ ਵਿਛੜਾ ਨਾ। ਪਰ ਜਿਹੜਾ ਭੈੜਾ ਮਨ ਹੈ, ਪਦਾਰਥਵਾਦੀ ਮਨ ਹੈ, ਜਿਹੜਾ ਬਾਸ਼ਨਾ ਕਰਦਾ, ਬਾਸ਼ਨਾ ਦਾ ਮਨ ਹੈ, ਉਹ ਇਸ ਨੂੰ ਦੂਰ ਕਰਦਾ। ਦੋ ਮਨ ਨੇ, ਇੱਕ ਇਤ ਮਨ, ਇੱਕ ਓਤ ਮਨ। ਆਖੋ ਸਤਿਨਾਮ। ਉਹ ਮਨ ਕੀ ਕਰਦਾ? ਉਹ ਮਨ ਇਸ ਨੂੰ ਇਤਨੀਆਂ ਬੁਰਾਈਆਂ ਵੱਲ ਲੈ ਜਾਂਦਾ ਕਿ ਇਹ ਗੁਰੂ ਦੇ ਬਚਨਾਂ ਨੂੰ ਮੋੜ ਦਿੰਦਾ। ਅੰਦਰੋਂ ਬਾਸ਼ਨਾ ਉੱਡਦੀਆਂ ਰਹਿੰਦੀਆਂ ਨੇ, ਵਿਕਲਪ ਸੰਕਲਪ ਦਾ ਚੱਕਰ ਬਣਿਆ ਰਹਿੰਦਾ। ਜਿੰਨੀ ਦੇਰ ਤੱਕ ਵਿਕਲਪ ਸੰਕਲਪ ਦਾ ਚੱਕਰ ਨਹੀਂ ਮੁੱਕਦਾ, ਉਨੀ ਦੇਰ ਤੱਕ ਇਸਦਾ ਪੈਂਡਾ ਕਿਵੇਂ ਮੁੱਕੇਗਾ ਬਈ? ਤਦੇ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ, ਪੜੋ। ਮਹਾਰਾਜ ਕਹਿੰਦੇ ਨੇ ਕੀ ਕਰ? ਕਹਿੰਦੇ ਫਰੀਦਾ ਮਨ ਮਦਾਨ ਕਰ ਟੋਏ ਟਿੱਬੇ ਢਾ ਆਈ ਲਾਈਨ। ਕਿਸੇ ਰੱਬ ਦੇ ਪਿਆਰੇ ਨੇ ਇਉਂ ਆਖਿਆ। ਉਹ ਜਿਹੜੇ ਮਨ ਦੇ ਆਖੇ ਲੱਗਦੇ, ਜਿਹੜੇ ਮਨ ਦੇ
जरूरी वचन नोट करो भाई प्यारे। अजा मालिक पूर्ण महापुरुष दा सेवक सी, बहुत बड़ा विद्वान होए, इतने ग्रंथ उन पढ़े, इतना बड़ा विद्वान सी, इतना बड़ा खूबसूरत सी, और उसने कई बार उससे महापुरुष इन्ना प्यार करते सन कि उसने कई बार अपनी सीट दे देंगे सन, पर उन्होंने मान कार विच आके आपा ते शत्रु दा भै भुल गया। ਉਹਦੇ ਮਹਾਪੁਰਸ਼ ਗੱਲ ਕਿਆ ਕਰਦੇ ਸਨ, ਬੇਟਾ ਸ਼ਹਿਰ ਵੱਲ ਨਹੀਂ ਜਾਣਾ, ਨਾ ਹੀ ਉਧਰ ਦੀ ਆਉਣਾ ਹੈ, ਅੱਖਾਂ ਨੂੰ ਹਮੇਸ਼ਾ ਨੀਵੀਆਂ ਰੱਖਣਾ, ਅੱਖਾਂ ਰਸਤਾ ਵੇਖਣ ਲਈ ਦਿੱਤੀਆਂ ਨਾ ਕਿ ਹੋਰ ਨਹੀਂ, ਕਿਉਂਕਿ ਆਲੇ ਦੁਆਲੇ ਦੀ ਮਾਇਆ ਇਹ ਪਰਮੇਸ਼ਰ ਤੋਂ ਵਿਛੋੜਨ ਲਈ ਤੈਨੂੰ ਮੋਹਣੀ ਬਣ ਕੇ ਬੈਠੀ ਹੈ। ਜਿਹੜੀ ਚੀਜ਼ ਮਨ ਨੂੰ ਭਾਉਂਦੀ ਹੈ ਸਮਝੋ ਗੁਰੂ ਤੋਂ ਦੂਰ ਕਰਦੀ ਹੈ। ਆਖੋ ਸਤਿਨਾਮ। ਸਿੱਖ ਨੂੰ ਤਾਂ ਸਤਿਗੁਰੂ ਦੇ ਚਰਨਾਂ ਤੋਂ ਸਿਵਾਏ ਹੋਰ ਰਸ ਕੌੜੇ ਲੱਗਦੇ ਹਨ। ਸਿੱਖ ਲਈ ਇਹ ਦੁਨੀਆ ਇੱਕ ਇੰਝ ਲੱਗਦੀ ਹੈ ਜਿੱਦਾਂ ਰਹਿਣ ਸੇਰਾ ਹੁੰਦਾ ਹੈ। ਦੁਨੀਆ ਦੇ ਲੋਕਾਂ ਦਾ ਅਤੇ ਆਮ ਉਸ ਰੱਬ ਦੇ ਪਿਆਰਿਆਂ ਦਾ ਤੇ ਆਮ ਲੋਕਾਂ ਦਾ ਬਹੁਤ ਫਰਕ ਹੁੰਦਾ ਹੈ। ਕੀ ਦੁਨੀਆ ਦੇ ਲੋਕਾਂ ਦਾ ਤੇ ਉਸ ਰੱਬ ਦੇ ਲੋਕਾਂ ਦਾ ਜ਼ਮੀਨ ਸਮਾਂ ਦਾ ਫਰਕ ਹੁੰਦਾ ਹੈ। ਉਹ ਭਗਤਾਂ ਦੀ ਚਾਲ ਨਿਰਾਲੀ। ਅਸੀਂ ਨਾਮ ਤਰੀਕ ਭਗਤ ਕਹਾਉਂਦੇ ਹਾਂ, ਜਦੋਂ ਆਪਣੇ ਆਪ ਨੂੰ ਤੋਲਦੇ ਹਾਂ ਤਾਂ ਬਿਲਕੁਲ ਵੀਕ ਤੇ ਨਿਲ ਲੱਗਦੇ ਹਾਂ। ਹੈ ਕੀ ਤੈਨੂੰ ਲੋਕੀ ਭਗਤ ਆਖਦੇ ਹਨ? ਉਹ ਤੈਨੂੰ ਯਾਦ ਨਹੀਂ, ਕਾਲੇ ਮਹਿੰਦੇ ਕੱਪੜੇ, ਕਾਲਾ ਮਹਿੰਦਾ ਵੇਸ, ਗੁਨਾਹੀ ਭਰਿਆ ਫਿਰਾ ਲੋਕ ਕਹਿਣ। ਤੁਸੀਂ ਆਪਣੇ ਆਪ ਨੂੰ ਦੇਖਿਆ ਕਰੋ, ਮੈਂ ਕੀ ਹਾਂ। ਹੁਣ ਹਜ਼ੂਰ ਫਰਮਾਉਂਦੇ ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾ ਕਿਹੜੀ ਦੇਖਣ ਮਾਰਗ, ਵੇਖਣ ਪੀਣ ਔਖਾ, ਜੇ ਪਾਸ ਕਰਨੇ ਤਦ ਆਇਓ ਜੇ, ਨਹੀਂ ਤਾਂ ਇੱਥੇ ਆਉਣ ਦੀ ਜ਼ਰੂਰਤ ਨਹੀਂ। ਇੱਥੇ ਉਹਨਾਂ ਸਟੂਡੈਂਟਾਂ ਦੀ ਜ਼ਰੂਰਤ ਨਹੀਂ ਹੈ ਜਿਹੜੇ ਮਨ ਦੇ ਆਖੇ ਲੱਗਣ। ਇੱਥੇ ਉਹਨਾਂ ਸਟੂਡੈਂਟਾਂ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ ਹਰ ਸੋਗ ਵਿਆਪੇ। ਇੱਥੇ ਤਾਂ ਉਹਨਾਂ ਦੀ ਲੋੜ ਹੈ ਜਿਹੜੇ ਅਜਿਹੇ ਹੋਣ ਹਰ ਸੋਗ ਜਾਪੋ ਨਹੀਂ, ਬੈਰੀ ਮੀਰ ਸਮਾਨ ਕਹੋ ਨਾਨਕ ਸੁਮਰੇ ਮਨਾ ਸੋ ਮੂਰਤ ਭਗਵਾਨ। ਕੀ ਸੁਣਿਆ ਜੇ? ਆਪ ਪੰਕਤੀ ਜਰਾ ਗੌਰ ਨਾਲ ਨੋਟ ਕਰੋ। ਜਿਹ ਪ੍ਰਾਨੀ ਮਮਤਾ ਭਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ ਔਰ ਨ ਲੇਤ ਆਧਾਰ। ਇੱਥੇ ਕਿਹਨਾਂ ਦੀ ਲੋੜ ਹੈ? ਤਨ ਤਨ ਜੈ ਪਰਸੈ ਨਹੀਂ, ਅੰਦਰ ਪਹੁੰਚੋ। ਇਹ ਉਹ ਦਰਬਾਰ ਹੈ ਜਿੱਥੇ ਝੂਠਾ ਨਹੀਂ ਕੋਈ ਟਿਕ ਸਕਦਾ। ਉਸ ਨੇ ਮਨਾ ਕਰਨਾ ਬੇਟਾ, ਸੁਣਿਆ ਜੇ ਨਾ? ਮੈਂ ਆਪਣੀਆਂ ਬੱਚੀਆਂ ਨੂੰ ਸੰਗਤ ਨੂੰ ਅਪੀਲ ਕਰਾਂਗਾ, ਤੁਸੀਂ ਮਾਲਾ ਘੱਟ ਫੇਰਿਆ ਕਰੋ, ਪਰ 24 ਘੰਟੇ ਆਪਣੇ ਆਪ ਤੇ ਪਹਿਰਾ ਦਿਓ। ਕੀ ਪਤਾ ਕਿਹੜੇ ਵੇਲੇ ਸੁੱਤਿਆਂ ਪਿਆ ਚੋਰ ਆ ਕੇ ਲੁੱਟ ਲੈ। ਆਖੋ ਸਤਿਨਾਮ। ਤੁਹਾਨੂੰ ਭੁਲੇਖਾ ਪੈਂਦਾ ਕਿ ਅਸੀਂ ਜਾਗਦੇ ਹਾਂ। ਨਹੀਂ ਨਹੀਂ, ਤੇਰੀ ਗੁਣੀ ਸੰਸਾਰ ਬ੍ਰਹਮ ਸੁੱਤਾ, ਸੁੱਤਿਆਂ ਰਹਿਣ ਬਿਨਾਣੀ। ਅਸੀਂ ਸੁੱਤੇ ਪਏ ਹਾਂ, ਜਾਗੇ ਨਹੀਂ। ਜਾਗਦਾ ਕੌਣ ਹੈ? ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਆਂਦਰ ਹਰ ਬੁਲਾਇਆ ਜਾਗਤ ਰਹਿਣ ਬਿਹਾਰੀ। ਜਿਹਨੂੰ ਮੋਨੇ ਸਿੱਖ ਤੋਂ ਘਿਰਣਾ ਨਹੀਂ, ਜਿਹਨੂੰ ਗੁਰਦੁਆਰਾ ਮੰਦਰ ਮਸਜਿਦ ਦਿਖਦੀ ਹੈ, ਜਿਹਦੇ ਮਨ ਵਿੱਚ ਕਿਸੇ ਪ੍ਰਤੀ ਈਰਖਾ ਨਹੀਂ ਹੈ, ਜਿਹੜਾ ਆਪਣੇ ਮਨ ਦੇ ਆਖੇ ਨਹੀਂ ਲੱਗਦਾ। ਜੀਓ ਕਈ ਬੱਚਿਆਂ ਦਾ ਸੁਭਾਅ ਹੁੰਦਾ ਕੰਮ ਤਾਂ ਕਰ ਲੈਣਾ ਪਰ ਰੋ ਕੇ ਕਰਨਾ, ਜਾਂ ਪਹਿਲਾਂ ਜਵਾਬ ਦੇਣਾ। ਆਖੋ ਸਤਿਨਾਮ। ਉਹ ਮਾਂ ਕਹਿੰਦੀ ਪੁੱਤ ਕੰਮ ਭਾਵੇਂ ਘੱਟ ਕਰ, ਧੀਏ ਤੇਰੀ ਜਵਾਬ ਦੇਣ ਦੀ ਆਦਤ ਚੰਗੀ ਨਹੀਂ, ਇਹ ਤੈਨੂੰ ਉੱਥੇ ਜਾ ਕੇ ਦੁਖੀ ਕਰੇਗੀ। ਇਹ ਮਾਂ ਧੀ ਤੇ ਸਮਝਾਉਂਦੀ, ਧੀਏ ਤੇਰੀ ਆਦਤ ਚੰਗੀ ਨਹੀਂ, ਉੱਥੇ ਜਾ ਕੇ ਫਾਇਦੇਮੰਦ ਨਹੀਂ, ਪਰ ਆਪ ਆਪਣੇ ਸਤਿਗੁਰੂ ਨੂੰ ਕਿਉਂ ਜਵਾਬ ਦਿੰਦੀ
आखो सतनाम। आप रोज बाणी पढ़ती है रूह, आप रोज गीता रामायण बाइबल अमीर कुरान नूं खोजदे, पर सच्ची उन्हां ते चलदा नहीं। पढ़न दा की फायदा? आओ जरा चेतावनी दिओ उस मन नूं की और रब ते मनाया मन जानदा पर गुरु मनाना औखा है। रब ते मनाया मन जान पर गुरु मनाना औखा है। रब ते मनाया मन जानदा पर गुरु मनाना औखा है। रब ते मनाया मन जानदा पर गुरु मनाना औखा है। रब ते मनाया मन जानदा पर गुरु मनाना औखा है। रब ते मनाया मन जानदा पर गुरु मनाना औखा है। ओ लग जांदा मन लग जांदा पर तोड़ पाउणा औखा है। सिखिया सिखाए मन लग जांदा पर तोड़ पाउणा औखा है। सिखिया सिखाए मन लग जांदा पर तोड़ निभाउणा औखा है। सिखिया सिखाए मन लग जांदा पर तोड़ निभाउणा औखा है। अमृत कमाना औखा है। पानी पानी सौखी है, अमृत कमाना औखा है। पानी पानी सौखी है, अमृत कमाना औखा है। ओ शीश झुकाउणा सौखा है, वचन कमाउणा औखा है। ਜਿਹੜੀ ਚੀਜ਼ ਅੰਦਰੋਂ ਖਰਾਬ ਹੋ ਜਾਏ ਉੱਪਰੋਂ ਭਾਵੇਂ ਸੋਹਣੀ ਹੋਵੇ ਉਹਨੂੰ ਬੰਦਾ ਖਰੀਦਦਾ ਨਹੀਂ। ਜਿਹੜੀ ਤਾਰ ਉੱਪਰੋਂ ਤਾਂ ਬਿਲਕੁਲ ਠੀਕ ਹੋਵੇ ਪਰ ਅੰਦਰੋਂ ਸ਼ਾਰਟ ਹੋ ਜਾਏ ਉਹ ਕਰੰਟ ਨਹੀਂ ਪਾਸ ਕਰਦੀ। ਜਿਹੜੀ ਰੂਹ ਉੱਪਰੋਂ ਭਾਵੇਂ ਜੀ ਹਾਂ ਕਵੇ ਅੰਦਰੋਂ ਵਿਕਾਰਾਂ ਨਾਲ ਕਿਸੇ ਨਾ ਕਿਸੇ ਸਾਈਡ ਤੇ ਮਨ ਦੇ ਮਾਣ ਦੇ ਆਖੇ ਲਾ ਕੇ ਜਾਂ ਕਿਸੇ ਵੀ ਮਤਲਬ ਦੇ ਵਿਕਾਰ ਦੇ ਕਾਬੂ ਆ ਕੇ ਟੁੱਟ ਜਾਏ ਉਹਦੇ ਚ ਕਰੰਟ ਨਹੀਂ ਪਾਸ ਹੁੰਦਾ, ਫਿਰ ਉਹਦੀ ਸ਼ਾਂਤੀ ਉੱਡ ਜਾਂਦੀ, ਉਹਨੂੰ ਸਤਿਗੁਰੂ ਦੇ ਦਰਸ਼ਨ ਨਹੀਂ ਹੁੰਦੇ। ਆਖੋ ਸਤਿਨਾਮ। ਕਈ ਕਹਿੰਦੇ ਜੀ ਮੈਂ ਸੁਰਤ ਜੋੜਦਾ ਹਾਂ ਮੈਨੂੰ ਕਾਫੀ ਦੇਰ ਹੋ ਗਈ ਦਰਸ਼ਨ ਨਹੀਂ ਹੁੰਦੇ। ਮਹਾਰਾਜ ਕਹਿਣ ਲੱਗੇ ਪ੍ਰੇਮੀਆ ਸਤਿਗੁਰੂ ਤਾਂ ਤੇਰੇ ਹਮੇਸ਼ਾ ਹੀ ਕੋਲ ਰਹਿੰਦਾ ਪਰ ਤੇਰੀ ਸੁਰਤ ਦੇ ਦਰਵਾਜ਼ੇ ਨਹੀਂ ਖੁੱਲ੍ਹਦੇ। ਤੂੰ ਆਪਣੀ ਸੁਰਤ ਨੂੰ ਦੇਖ ਕਿੱਧਰ ਜਾ ਰਹੀ ਹੈ। ਤੇਰੀ ਸੁਰਤ ਕਾਮ ਦੇ ਵਾਸਤੇ ਹੈ, ਕ੍ਰੋਧ ਦੇ ਵਾਸਤੇ ਹੈ, ਲੋਭ ਦੇ ਵਾਸਤੇ ਹੈ, ਮੋਹ ਦੇ ਵਾਸਤੇ ਹੈ, ਹੰਕਾਰ ਦੇ ਵਾਸਤੇ ਹੈ। ਇਸ ਲਈ ਭਲਾ ਉਹ ਰੰਗ ਉਹ ਚੜਿਆ ਹੋਇਆ ਇਹ ਰੰਗ ਦੀ ਕਦੋਂ ਆਸ ਰੱਖਣਾ ਹੈ। ਇਹਨਾਂ ਰੰਗਾਂ ਨੂੰ ਲਾ ਦੇ ਅਤੇ ਫਿਰ ਉਸ ਰੰਗ ਨਾਲ ਪੂਰਨ ਤਿਆਰ ਕਰ। ਇਸ ਮੰਜ਼ਿਲ ਤੇ ਚੜ੍ਹਨਾ
ਤੁਸੀਂ ਹੋਰ ਤਾਂ ਕੀ ਕਰੋਗੇ। ਮੈਂ ਅਰਜ਼ ਕਰਾਂ ਕਿ ਇਸ ਸਕੂਲ ਦੇ ਨਾਂ ਨੂੰ ਲਾਜ ਨਾ ਲਾਇਆ ਕਰੋ। ਜਿਹੜੇ ਰੂਹਾਨੀ ਮੰਡਲ ਵਿੱਚ ਆਉਣ ਵਾਲੇ ਲੋਕ ਨੇ, ਕੋਈ ਕਹਿੰਦਾ ਮੈਂ ਉੱਥੇ ਜਾਂਦਾ ਹਾਂ, ਮੈਂ ਉਹਨਾਂ ਦਾ ਸੇਵਕ ਹਾਂ। ਨਹੀਂ ਬਾਈ, ਕੋਈ ਕਿਸੇ ਦਾ ਸੇਵਕ ਨਹੀਂ, ਹਰ ਕੋਈ ਆਪਣੀਆਂ ਜ਼ਰੂਰਤਾਂ ਦਾ ਸੇਵਕ ਹੈ। ਕੋਈ ਪਹਿਲੀ ਪੜ੍ਹ ਕੇ ਹਟ ਜਾਂਦਾ ਹੈ। ਕਈਆਂ ਦੇ ਜਦੋਂ ਮਾਸਟਰ ਡੰਡੇ ਮਾਰਦੇ ਆ, ਕਹਿੰਦੇ ਮੈਂ ਨਹੀਂ ਪੜ੍ਹਨਾ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਆਖੋ ਸਤਿਨਾਮ। ਪਰ ਜਿਹੜੇ ਡੰਡੇ ਸਹਿ ਜਾਂਦੇ ਆ, ਰਾਤਾਂ ਝਾਕਦੇ ਆ, ਰਾਤ ਜਾਗਦੇ ਆ, ਫਿਰ ਸਵੇਰੇ ਉੱਠ ਕੇ ਕੰਮ ਕਰਦੇ ਆ, ਫਿਰ ਸਕੂਲ ਆਉਂਦੇ ਨੇ, ਨੰਬਰ ਪ੍ਰਾਪਤ ਕਰਦੇ ਨੇ, ਪਰ ਉਹਨਾਂ ਵਿੱਚੋਂ ਕੋਈ 5ਵੀਂ ਪੜ੍ਹ ਕੇ ਹਟ ਜਾਂਦਾ, ਕੋਈ 8ਵੀਂ, ਕੋਈ 10ਵੀਂ, ਕੋਈ BA ਕਰ ਦਿੰਦਾ, ਕੋਈ MA ਕਰ ਦਿੰਦਾ, ਕੋਈ PhD ਕਰਦਾ। ਇਹੋ ਹੀ ਮਹਾਰਾਜ ਦਾ ਸਕੂਲ ਹੈ। ਜਿਹੜੇ ਕਾਮਨਾ ਦੇ ਭਗਤ ਹੁੰਦੇ ਨੇ, ਕੋਈ 2 ਸਾਲ ਰਹਿੰਦਾ, ਕੋਈ 6 ਸਾਲ ਰਹਿੰਦਾ, ਕੋਈ 12 ਸਾਲ ਰਹਿੰਦਾ, ਪਰ ਨਿਸ਼ਕਾਮ ਭਗਤ ਜਿਹੜਾ, ਜਿਹਦੇ ਅੰਦਰ ਕੀ ਹੈ, ਕਾਮ ਕ੍ਰੋਧ ਜਹ ਪਰਸੇ ਨਾਹੀ ਤਾ ਕਟ ਬ੍ਰਹਮ ਨਿਵਾਸ। ਉਹ ਮੰਜ਼ਿਲ ਤੇ ਪਹੁੰਚਣ ਵਾਲਾ ਪੁਰਸ਼ ਆਪਣੇ ਆਪ ਨੂੰ ਇਉਂ ਸੋਚਦਾ। ਤੁਸੀਂ ਕੀ ਕਹਿੰਦੇ ਹੋ ਜੀ, ਮੈਂ ਆਉਣਾ ਤੇ ਜ਼ਰੂਰ ਸੀ, ਪਰ ਮੈਨੂੰ ਮਜਬੂਰੀ ਹੋ ਗਈ, ਕੀ ਕਰਾਂ, ਘਰ ਦੇ ਨਹੀਂ ਖੁਸ਼। ਉਹ ਕਹਿੰਦੇ ਫਿਰ ਤੂੰ ਇਸ ਮੰਜ਼ਿਲ ਦੀ ਆਸ ਕਦੋਂ ਰੱਖਦਾ ਹੈ। ਸਤਨਾਮ। ਕੋਈ ਬੀਬੀ ਦਲਾਲੀ ਕੋਲ ਗਈ, ਉਹਦੀ ਰੱਸੀ ਤੇ ਬੜੇ ਸੋਹਣੇ ਦੁਪੱਟੇ ਪਾਏ ਹੋਏ ਸਨ। ਉਹ ਕਹਿਣ ਲੱਗੀ, ਵੀਰ ਜੀ ਮੇਰਾ ਦੁਪੱਟਾ ਰੰਗ ਦੇ। ਕਹਿਣ ਲੱਗਾ, ਬਿਲਕੁਲ ਮੇਰੀ ਡਿਊਟੀ ਕੀ ਹੈ। ਕਹਿਣ ਲੱਗਾ, ਫਿਰ ਲਿਆਓ ਦੁਪੱਟਾ। ਕਹਿੰਦੀ ਹੋਰ ਤਾਂ ਮੇਰੇ ਕੋਲ ਹੈ ਨਹੀਂ। ਕਹਿੰਦਾ ਫਿਰ ਇਹ ਤਾਂ ਮੇਰੀ ਵੀ ਕੁੰਡ ਨਹੀਂ। ਕਹਿੰਦੀ ਮੈਂ ਤੇਰੇ ਸਿਰ ਤੇ ਰੰਗ ਦਿਆਂ। ਜਿਹਨੇ ਰੰਗ ਚੜਾਉਣਾ ਉਹਨੂੰ ਦੁਪੱਟਾ ਲਾ ਕੇ ਦੇਣਾ ਪਏਗਾ। ਭਾਵ ਜਿਹਨੇ ਉਸ ਰੰਗਣ ਵਿੱਚ ਆਪਣੇ ਮਨ ਨੂੰ ਰੰਗਣਾ, ਉਹਨੂੰ ਲੋਕ ਲਾਜ ਦਾ ਚੱਕਰ ਛੱਡਣਾ ਪਏਗਾ। ਲੋਕ ਕਟੰਬ ਸਭੀ ਤੇ ਤੋੜਾ ਤੋਂ ਆਪੇ ਦੇਦੀ ਆਵੇ ਕੋ। ਇਹ ਜਿਹੜੇ ਉਸ ਤੇ ਦਰ ਦੇ ਪ੍ਰੇਮੀ ਨੇ, ਜਿਹੜੇ ਉਸ ਮੰਜ਼ਿਲ ਤੇ ਪਹੁੰਚਣ ਵਾਲੇ ਨੇ, ਇਹ ਦੁਨੀਆ ਨਹੀਂ, ਜਿਹੜੇ ਇਸ ਦਰ ਤੇ ਆਉਣ ਵਾਲੇ ਨੇ, ਜਦੋਂ ਉਹਨਾਂ ਨੂੰ ਕੋਈ ਰੋਕੇ, ਜਦੋਂ ਉਹਨਾਂ ਨੂੰ ਕੋਈ ਟੋਕੇ, ਤਾਂ ਉੱਥੇ ਇਸ ਲਾਈਨ ਨੂੰ ਪੜ੍ਹ ਕੇ ਉਹ ਦਲੇਰੀ ਰੱਖ ਕੇ ਇਉਂ ਤੁਰ ਪੈਂਦੇ ਨੇ। ਉਹ ਜਿਹੜੇ ਪੱਕੇ ਬੁਰੇ ਮੀਏ ਨਹੀਂ ਪਰਵਾਹ ਦੁਨੀਆ ਦੀ ਕਰਦੇ, ਜਿਹੜੇ ਪੱਕੇ ਬੁਰੇ ਮੀਏ ਨਹੀਂ ਪਰਵਾਹ ਦੁਨੀਆ ਦੀ ਕਰਦੇ। ਜਿਹੜੇ ਪੱਕੇ ਬੁਰੇ ਮੀਏ ਨਹੀਂ ਪਰਵਾਹ ਦੁਨੀਆ ਦੀ ਕਰਦੇ, ਜਿਹੜੇ ਪੱਕੇ ਬੁਰੇ ਮੀਏ ਨਹੀਂ ਪਰਵਾਹ ਦੁਨੀਆ ਦੀ ਕਰਦੇ।
एक गल सच जेड़े कपड़े का रंग फिट जाए, रंग खराब हो जाए, ਉਹਨੂੰ ਕਾਹਤੋਂ ਨਹੀਂ ਪਾਉਂਦੇ ਭਲਾ? ਆਖੋ ਸਤਨਾਮ। जब कपड़ा खरीदो पहला कहते तो भाई दी गारंटी देगा कोई? वो कहना बिल्कुल इन्नी देर जे बड़ा कपड़ा खराब हो जाए तो मेरे को वापस दे जा। ਜਿਹੜੀਆਂ ਠੀਕ ਰਾਈਟ ਕੰਪਨੀਆਂ ਨੇ ਉਹ ਵਾਅਦਾ ਕਰਦੀਆਂ। ਤੁਸੀਂ ਮੈਨੂੰ ਦੱਸੋ ਵੀ ਤੁਹਾਡਾ ਰੰਗ ਦਿਨ ਚ ਕਿੰਨੀ ਵਾਰ ਬਦਲਦਾ? ਜੇ ਅਸੀਂ ਫਿੱਟੇ ਰੰਗ ਵਾਲਾ ਕੱਪੜਾ ਆਪ ਪਾਉਣਾ ਲਾਇਕ ਨਹੀਂ ਕਰਦੇ, ਸਾਡਾ ਮਾਲਿਕ ਸਾਨੂੰ ਕਿਵੇਂ ਲਾਇਕ ਕਰੇਗਾ? ਜੇ ਸਾਡਾ ਰੰਗ ਖਰਾਬ ਹੋ ਜਾਂਦਾ ਕਰੇਗਾ? ਆਪੇ ਦੱਸ ਦਿਓ ਮੈਨੂੰ। ਚੋਣ ਵਾਲੇ ਭਾਂਡੇ ਨੂੰ ਅਗਲੇ ਪਾਸੇ ਕੱਢ ਕੇ ਰੱਖ ਦਿੰਦੇ ਆ ਪਾਸੇ। ਇਹਦੇ ਕੋਲ ਆਣਾ ਦਵਾਈ ਪਾਉਂਦਾ, ਚੱਕੋ ਬਾਈ ਚੱਕੋ, ਇਹਨੂੰ ਪਾਸੇ ਰੱਖੋ ਕਿ ਹੋਰ ਨਾ ਆ ਜਾਏ। ਜਿਆਦਾ ਚੋਣ ਵਾਲੇ ਭਾਂਡੇ ਨੂੰ ਟਾਂਕਾ ਲੱਗੂ ਜਾਂ ਫੁੱਟ ਦੀ ਵਿਕੂ, ਉਹ ਵੀ ਤਾਂ ਭਾਂਡਾ ਹੋਰਾਂ ਦੇ ਨਾਲ ਖਰਾਬ ਨਹੀਂ ਹੈ। तेरे चौकन आ गया तू चोर लग गया, चोरा है गिलास की तो सकती करना जो नहीं सुनती है तो तुम चोरों ने मेरे काम में चोर मेरे लिया बड़ा मार सारे भाड़े लाए दारू ये कर रही मैं बेटी पर पता हो लग गया कबीर कसौटी राम की झूठा टिके ना कोई। ये झूठा नहीं टिक सकता। जे कहो उपरों उपरों ठीक रहना अंदरों जानता है। साथ संगत आया मल नू राजा आप लेके गया बुला के आखो सतनाम। मान वध गया। सतगुरां दा वचन 12 साल मंदा रहा, 12 साल ठीक रहा। एक दिन मन ने धोखा दिता, कहंदा तां मैनूं रोज ये कहंदे रहिंदे वी तूं शहर ती ना जाई, गुरु नूं किहड़ा पता लगना, चल इधर दी लंघ के देख ही रहिंदे की आ सतनाम। और दुनिया दे लोको इहदा अखबार कोई नहीं जे। कोई महात्मा 90 साल दे हो गए, 90 साल दे एक बीबी ਉਹ महात्मा ਨੂੰ ਕਹਿ ਕੇ ਲੰਘ ਗਿਆ ਕਿ महात्मा जी मेरी पुत्री दी पोस्ट चंगी ਤੁਹਾਡੀ ਦਾੜੀ और चुप कर लिया कर। जब महापुरुष 100 साल दे होके चोला लगे बदलन, वो कहंदे उस बीबी नूं बुलाओ। उस बीबी नूं बुला के कहण लगे बीबी जी हुण दसो की कहंदे सो रोज? महाराज जी मेरे पुत्र दी पोस्ट चंगी ਤੁਹਾਡੀ ਦਾੜੀ कहंदा अज चंगी आ सतनाम। वो कहंदी महाराज तुसीं पहिलों क्यों नहीं जा? कहंदा मैनूं इस मन ते इतवार नहीं सी किहड़े वेले धोखा दे देवे। मन के मते न चलिए, मन दे मते अनेक, मन दे मारे मर गए काजी मुल्ला शेख। मन जद मन किसी चीज नूं चाहुंदा है, जे आपां ओहदी गल मन लई, चाहत नाल चाहत मिल गई, अंदर जाके फिर होर तकड़ा हो गया क्योंकि ओहदियां फौजां आ गईयां। सतनाम की कर सुने जरा। जा गई चिंता गई मनुआ बेपरवाह, जिसदे मन विच फुरना कोई नहीं, ओदा शहनशाह। इहदे मन चों फुरने खत्म हो जाते। पैंचर होई गड्डी नूं कौन लेके जांदा जी? अख सतनाम। आस कंपनी जो पैंचर हो जाती है, ट्यूब बदलने का खतरा, उत्थे लोग ब्रेक लाते हैं, बदल दिया कहते हुण नहीं काम करेगा, पैंचर लगा के लिया। असीं किन्ने थावां तो पैंचर नोट करो, जे ज्यादा ट्यूब नूं पैंचर लग गए फिर काम दी नहीं रहनी, ढेर ते सिੱਧਦੇ ने। एक अद्धा पैंचर होया लवा लो, अगला 2 हो गए, 4 हो गए, तुसीं गिणो तो सही अपने आप नूं। 9 पैंचर लगे कल्ले कल्ले अखां दे, ਕੰਨਾਂ ਦੇ, ਜ਼ੁਬਾਨ ਤੇ। ਜ਼ੁਬਾਨ ਨਾਲ ਕੌੜਾ ਬੋਲਿਆ ਕਰੈਕ ਹੋ ਗਿਆ, ਅੱਖਾਂ ਨਾਲ ਮੈਲਾ ਦੇਖਣ ਨਾਲ ਕਰੈਕ ਹੋ ਗਏ। ਓਏ ਮਾਲਕ ਨੂੰ ਨਿਗਾਹ ਕਦੋਂ ਪਸੰਦ ਆਏਗੀ? ਤੇਰੇ ਅੱਖਾਂ ਮੈਲੀਆਂ ਨੇ, ਚਮਕਦੀਆਂ ਅੱਖੀਆਂ ਨੇ, ਦੱਸੇ ਨਿਰੰਕਾਰ ਨਾਲ ਤੈਨੂੰ ਤਾਂ ਹੀ ਨਹੀਂ ਦਿੰਦਾ। ਉਹ ਤਾਂ ਤੇਰੇ ਕੋਲ ਹੈ, ਤੂੰ ਕਰੇ ਇਨਸਾਫ ਬਣਾ। ਖਿਆਲ ਆ ਗਿਆ ਮਨ ਕਦੇ ਲੱਗਾ ਲੰਘਣ, ਗੁਰੂ ਦੇ ਬਚਨਾਂ ਨੂੰ
बुलाता अगे अखा सुरमा पाके नौजवान लड़की और खुलती है प्यारे हो जब अजा मल ने देखी ते ओदे वालों दी सुरत चली गई घर जाके सोचता है भाई जे मैं सीधा जाना तो काम माड़े नौ नूं लाज लगू गुरु दे नौ नूं लाज लगू की करा किवें जावा सारी रात नहीं सुता दूसरे दिन महापुरुषों को आया महापुरुष कहते गल सुन भी आज तेरी अखा ठीक नहीं ਐਵੇਂ ਮਾਰਾ ਜਿਸ ਤਰ੍ਹਾਂ ਕਹੀ ਜਾਂਦੇ ਹੋ ਆਖੋ ਸਤਿਨਾਮ ਜਦੋਂ ਮਾਂ-ਬਾਪ ਬੱਚੇ ਨੂੰ ਮਨਾ ਕਰਦਾ ਕਹਿੰਦਾ ਤੁਹਾਨੂੰ ਤਾਂ ਅਕਲੇ ਹੈ ਨਹੀਂ ਮਾਂ ਕਹਿੰਦੀ ਨਾ ਮੇਰਾ ਪੁੱਤ ਸ਼ਾਮ ਨੂੰ ਬਾਹਰ ਨਹੀਂ ਜਾਈਦਾ ਸ਼ਰਾਬ ਨਹੀਂ ਪੀਂਦੀ ਬੁਰੀਆਂ ਸੁਸਾਇਟੀਆਂ ਨਹੀਂ ਕਰੀਦੀਆਂ ਨੇਕ ਬਣ ਬੇਟਾ ਬਹਿ ਜਾ ਆਰਾਮ ਕਰਕੇ ਭਾਈ ਤੈਨੂੰ ਕੀ ਪਤਾ ਜਦ ਜੀਵ ਫਿਰ ਹੁਕਮ ਮੋੜਦਾ ਤੇ ਸੁਰ ਭਾਲਦਾ बेमुख नूं होड़ के मोर तां नहीं लगदी कितों जाके लेतों तां नहीं मोर लवा के लियाउणी जेड़ा गुरु दे बचन मोड़दा बेमुख हो गया जेड़ा सुन के चलदा नहीं मन दी इच्छा मुताबिक चलदा मनमुख हो गया जेड़ा गुरु दे निकले होए बचनां दी सूली ते चढ़न वेले तक भी परवाह नहीं करदा आखिरी श्वासां तक भी आस रखदा सतगुरु मैनूं होर सब कुछ विसर जाए मैं कटिया जावा कुटिया जावा चीरिया जावा अमीर हो जावा गरीब हो जावा पर पंक्ति लगा गुरु चरनां दे नाल मेरा मन लगा रे गुरु चरनां दे नाल मेरा मन लगा रे गुरु चरनां दे नाल मेरा मन लगा रे गुरु चरनां दे नाल मेरा मन लगा रे
ਹੁਣ ਕੀਤੀ ਸੇਵਾ ਦਾ ਫਲ ਤਾਂ ਮਿਲਣਾ ਹੀ ਸੀ। ਆਲੇ ਦੁਆਲੇ ਦੇ ਲੋਕ ਇਹਦੀ ਸ਼ਲਾਘਾ ਕਰਦੇ ਆ, ਮਾਣ ਗਾਈ ਕਰਦੇ ਆ, ਪਿਆ ਪੰਡਤ ਜੀ ਹੁੰਦੀ ਹੈ, ਮਾਣ ਇੱਜ਼ਤ ਵੱਧ ਗਿਆ, ਮਾਇਆ ਦੇ ਢੇਰ ਲੱਗ ਗਏ, ਦੁਨੀਆ ਦੇ ਸੁੱਖ ਮਿਲ ਗਏ, ਗੁਰੂ ਨੂੰ ਭੁੱਲ ਗਿਆ ਸਤਿਨਾਮ। ਪਰ ਇੱਧਰ ਉਸ ਵੇਸਵਾ ਦਾ ਉਸ ਤੇ ਛਾਪਾ ਪੈ ਗਿਆ। ਹੋਇਆ ਕੀ, ਬੜਾ ਮਨਾ ਕੀਤਾ, ਜਦੋਂ ਉਹਦੀ ਕੀਤੀ ਸੇਵਾ ਦੇ ਫਲ ਦੇ ਕਾਰਨ ਮੁੱਕ ਗਏ। ਸਤਿਨਾਮ। ਇਹ ਕਾਰਨ ਮੁੱਕ ਜਾਂਦੇ, ਜਦ ਮੁੱਕ ਜਾਂਦਾ ਫਿਰ ਪਛਤਾਉਣਾ ਪੈਂਦਾ। ਫਿਰ ਰਾਜੇ ਨੂੰ ਪਤਾ ਲੱਗਾ, ਰਾਜੇ ਨੇ ਆਪਣੇ ਸ਼ਹਿਰੋਂ ਬਾਹਰ ਕੱਢਤਾ। ਯਾਰਿਓ, ਉਸ ਵੇਸਵਾ ਨਾਲ ਪ੍ਰੀਤੀ ਪਾ ਕੇ ਉਸ ਨੂੰ ਫਿਰ ਬੁਰੇ ਕੰਮਾਂ ਵਿੱਚ ਤੁਰਨਾ ਪਿਆ। ਫਿਰ ਕੀ ਹੋਇਆ, ਉਹਦੇ 6 ਪੁੱਤਰ ਹੋਇਆ। ਸਤਿਨਾਮ। ਪਰ ਮਹਾਪੁਰਸ਼ ਦਾ ਸੁਭਾਅ ਹੁੰਦਾ ਤਾਰਨ ਦਾ। ਫਿਰ ਚਲੇ ਜਾਂਦੇ ਨੇ, ਉਹ ਕਹਿੰਦੇ ਹੁਣ ਤੂੰ ਕੋਈ ਤਰਨ ਦੀ ਯੁਕਤੀ, ਕਹਿੰਦਾ ਹੁਣ ਨਹੀਂ ਮੈਂ ਤਰ ਸਕਦਾ। ਕਹਿੰਦੇ ਨਹੀਂ, ਤੂੰ ਆਪਣੇ ਪੁੱਤ ਦਾ ਨਾਮ ਨਾਰਾਇਣ ਰੱਖ ਲੈ। ਸਤਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ। ਭਾਵੇਂ ਮਹਾਪੁਰਸ਼ਾਂ ਨੇ ਤਾਰ ਦਿੱਤਾ, ਪਰ ਇੱਕ ਬਚਨ ਸੁਣ ਲਿਓ, ਬੇਸ਼ੱਕ ਉਹਦਾ ਆਧਾਰ ਤਾਂ ਹੋ ਗਿਆ, ਪਰ ਅਜਾਮਲ ਪਾਪੀ ਦੀ ਮੋਹਰ ਨਹੀਂ ਟੁੱਟੀ। ਆਖੋ ਸਤਿਨਾਮ। ਮੋਹਰ ਲੱਗੀ ਰਹਿ ਗਈ। ਹਰਦਾਸ ਨੇ 50,000 ਸਾਲ ਤਪ ਕੀਤਾ। ਕਿੰਨੇ ਬਈ? 50,000 ਸਾਲ। ਐਵੇਂ ਤਾਂ ਨਹੀਂ ਕਰਨਾ ਅਗਲੇ ਨੇ ਦਿਨੇ ਮਰਨਾ, ਰਾਤ ਮਰਨਾ, ਅੰਦਰ ਮਰਨਾ, ਬਾਹਰ ਮਰਨਾ। ਲੇਕਿਨ ਤਪ ਰਜੋ ਤਮੋ ਗੁਣੀ ਤਪ ਕੀਤਾ, ਜਿਸ ਦਾ ਫਲ ਇਹ ਹੋਇਆ ਕਿ ਭਗਵਾਨ ਨੇ ਉਹਦਾ ਪੇਟ ਪਾੜਿਆ। ਭਾਵੇਂ ਹੱਥੀ ਭਗਵਾਨ ਨੇ ਉਹਦਾ ਆਧਾਰ ਕੀਤਾ, ਪਰ ਉਹਦੀ ਦੁਸ਼ਟ ਦੀ ਮੋਹਰ ਨਹੀਂ ਮਿਟੀ। ਆਖੋ ਸਤਿਨਾਮ। ਹਰਨਾਕਸ਼ ਦੁਸ਼ਟ ਹਰ ਮਾਰ। ਮੈਨੂੰ ਆਪਣੇ ਪ੍ਰਤੀ ਕੋਈ ਚਿੰਤਾ ਨਹੀਂ। ਮੈਨੂੰ ਤੁਹਾਡੇ ਜਿਹੜੇ ਆਉਣ ਵਾਲੇ ਹੋ, ਅੱਜ ਆਏ ਹੋ, ਇਹਨਾਂ ਪ੍ਰਤੀ ਦੁੱਗਣੀ ਚਿੰਤਾ। ਕੀ ਦੇਖਿਓ ਕਿਤੇ ਮੋਹਰ ਨਾ ਗਲਤ ਲਗਾ ਕੇ ਲੈ ਜਾਇਓ। ਸਵਾਰ ਲਓ, ਸਵਾਰ ਲਓ। ਕੀ ਸਵਾਰ ਲਓ? ਐ ਮਨ ਅੱਜ ਰਪੜ ਲਾਏ। ਜੋ ਮਨ ਆਖੇ ਸੋ ਨਹੀਂ ਕਰਨਾ, ਜੋ ਮਨ ਆਖੇ ਸੋ ਨਹੀਂ ਕਰਨਾ। गीता ते कोई नहीं, रामायण ते कोई नहीं, अंजीर ते कोई नहीं, बाइबल ते कोई नहीं। भाई मेरे रट्टे ना लाया करो, जो बाणी कवे ओ करना है, जो मैं कवां बेशक ना करो। सुनो ਜਦੋਂ ਤੁਹਾਡੇ ਮੁਕੱਦਮਿਆਂ ਦਾ ਸੰਮਣ ਲੈ ਕੇ ਆਉਂਦਾ ਨਾ ਕੋਈ ਕਚਹਿਰੀ ਚੋਂ, ਭਾਵੇਂ ਵੱਡੇ ਵੱਡੇ ਲੋਕ ਹੁੰਦੇ ਨੇ, ਪਰ ਜਿਹੜਾ ਸੰਮਣ ਦੇਣ ਆਉਂਦਾ ਵੀ ਕੋਈ ਬਹੁਤੀ ਵੈਲਿਊ ਨਹੀਂ ਹੁੰਦੀ, ਥੋੜੀ ਉਹਦੀ ਵਿਚਾਰੇ ਦੀ ਤਨਖਾਹ ਹੁੰਦੀ ਹੈ। ਪਰ ਜੇ ਉਹਦੇ ਸੰਮਣਾਂ ਨੂੰ ਇਗਨੋਰ ਕਰ ਦਿਓਗੇ, ਬਰੰਟਾ ਨਾ ਜਾਣਾ ਪਊ। ਆਖੋ ਸਤਿਨਾਮ। ਇਹ ਮੇਰੇ ਜਿਹਾ ਨਲਾਇਕ ਸਰੀਰ ਚ ਗੁਣ ਕੋਈ ਨਹੀਂ, ਪਰ ਇਹ ਸੰਮਣ ਲੈ ਕੇ ਆਇਆ ਜੇ ਵਿਕਾਰਾਂ ਦੇ। ਆਖੋ ਸਤਿਨਾਮ। ਇਹ ਬਾਣੀ ਧੋਦਰ ਰਾਜ ਦੀ ਜਿਹੜੀ ਹੈ, ਜੇ ਆਪਾਂ ਬਾਣੀ ਦਾ ਅੱਖ ਨਾ ਮੰਨਿਆ
मैं कोलों नहीं कह रहा, महाराज कहते ने जान बूझ के भावरे तू काज बिगा रहे हो। ਇਹ ਕੌਣ ਕਹਿ ਸਕਦਾ ਵੀ ਮੈਨੂੰ ਪਤਾ ਨਹੀਂ ਇਹ ਗੱਲ ਦਾ, ਮੈਂ ਜਾਣ ਕੇ ਕਹਿੰਦੇ ਸਾਰੀਆਂ ਗੱਲਾਂ ਤੂੰ ਜਾਣ ਕੇ ਕਰਦਾ। ਕੋਈ ਕਹਿੰਦੇ ਜੀ ਕਰੇ ਕਰਾਵੇ ਆਪੇ ਆਪ, ਇਹ ਮਾਨਸ ਦੇ ਕੁਛ ਨਹੀਂ ਹਾਥ। ਬਈ ਗੱਲ ਸੁਣ, ਇਹ ਕਰੇ ਕਰਾਵੇ ਆਪੇ ਆਪ ਆ ਤਾਂ ਜਦੋਂ ਸੱਪ ਘਰੋਂ ਨਿਕਲਦਾ ਫਿਰ ਭੇਜਿਆ ਰੱਬ ਨੇ ਕਰਦੇ ਪੈਰ ਮੂਹਰੇ। ਜੇ ਕਰੇ ਕਰਾਵੇ ਆਪੇ ਆਪ, ਇਹ ਚੋਰ ਘਰ ਨੂੰ ਲੁੱਟਣ ਆਉਂਦਾ ਫਿਰ ਜਾਈਏ ਕਿ ਸੋਨਿਆ ਦਾ ਰੌਲਾ ਕਾਹਨੂੰ ਪਾਉਂਦੇ, ਭੇਜੇ ਤਾਂ ਉਹਨੇ ਹੀ ਨੇ। ਇਹ ਕਰੇ ਕਰਾਵੇ ਆਪੇ ਆਪੇ, ਜਾਂ ਬੁਖਾਰ ਚੜਦਾ ਮੈਂ ਡਾਕਟਰ ਵੱਲ ਨੂੰ ਕਾਹਨੂੰ ਦੌੜਦਾ, ਇਸ ਲਈ ਕਰੇ ਕਰਾਵੇ ਆਪੇ ਆਪੇ ਦਾ ਮਤਲਬ ਨਹੀਂ। ਇਸ ਨੂੰ ਸਮਝਣ ਦਾ ਫਰਕ ਕਰਦਾ ਵਾਹਿਗੁਰੂ ਹੀ ਹੈ, ਮਗਰ ਸਾਨੂੰ ਗਿਆਨ ਹੈ, ਇਹਨੂੰ ਪਤਾ ਵੀ ਇਹ ਮੇਰੀ ਭੈਣ ਹੈ, ਇਹ ਮੇਰੀ ਧੀ ਹੈ, ਇਹ ਮੇਰੀ ਮਾਂ ਆ, ਇਹ ਮਾੜਾ ਇਹ ਚੰਗਾ। ਗਿਆਨ ਦਿੱਤਾ ਨਾ ਉਹਨੂੰ ਦੱਸਿਆ ਵੀ ਅੱਗੇ ਹੈ। ਜਦੋਂ ਤੁਹਾਨੂੰ ਨਾ ਪਤਾ ਹੋਵੇ ਤੁਸੀਂ ਉਸ ਨੂੰ ਅੱਗ ਸਮਝ ਕੇ ਹੱਥ ਪਾਓ, ਫਿਰ ਤਾਂ ਹੈਗਾ ਰੱਬ ਦਾ ਕਸੂਰ। ਆਖ ਸਤਿਨਾਮ। ਬੋਝੇ ਜੱਗ ਪਾਈ ਜਾਂਦਾ ਤੇ ਸੰਤਾਂ ਨੂੰ ਬੇਨਤੀ ਕਰੋ ਬਾਬਾ ਜੀ ਬਚਾਓ ਮੈਨੂੰ, ਮੇਰਾ ਬੋਝਾ ਨਾ ਸਕਦੇ। ਆਖ ਸਤਿਨਾਮ। ਕਹਿੰਦੇ ਇਹ ਤੂੰ ਆਪੇ ਕਰਮ ਕਰਨਾ ਹੈ। ਹੁਣ ਫਿਰ ਤੂੰ ਚਾਹੁੰਦਾ ਕਿ ਮੈਨੂੰ ਦਾਤ ਮਿਲੇ, ਭੋਗ ਬਣਾ ਕੇ ਲਾ ਕੇ ਲਿਖੀਆਂ ਲੇਖੀਆਂ, ਜੈਸਾ ਬੀਜੇ ਸੋ ਨੇ ਕਰਮ ਸੁਧਾ ਖੇਤ। ਕੀ ਕਰੋ, ਕੁਝ ਜ਼ਰੂਰੀ ਬਚਨ ਨੋਟ ਕਰ ਲਓ। ਮਾਤਾ ਪਿਤਾ ਕੌਣ ਹੈ? ਕਈ ਕਹਿੰਦੇ ਆ ਮਾਤਾ ਪਿਤਾ ਦਾ ਹੀ ਅੱਖ ਮੰਨੀ ਜਾਵਾ। ਹੁਣ ਜੇ ਮਾਤਾ ਪਿਤਾ ਸ਼ਰਾਬ ਪੀਂਦਾ ਤਾਂ ਉਹਦਾ ਅੱਖ ਜ਼ਰੂਰ ਮੰਨਣਾ। ਆਖੋ ਸਤਿਨਾਮ। ਜੇ ਪਿਤਾ ਕਹੇ, ਜੇ ਮਾਤਾ ਪਿਤਾ ਦਾ ਅੱਖ ਮੰਨਣਾ ਠੀਕ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਫਿਰ ਉਹਨਾਂ ਦਾ ਅੱਖ ਮੰਨ ਲੈ। ਤਾਰ ਦੇ ਗੁਰਦੇਵ ਮਾਤਾ ਗੁਰੂ ਹੀ ਮਾਤਾ ਹੈ, ਗੁਰੂ ਹੀ ਪਿਤਾ ਹੈ। ਆਖੋ ਸਤਿਨਾਮ। ਜਿਹੜਾ ਸੱਚਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ, ਗੁਰੂ ਹੀ ਮਾਤਾ। ਬਾਣੀ ਗੁਰੂ, ਗੁਰੂ ਹੈ ਬਾਣੀ। ਹੁਣ ਆਪਾਂ ਦੇਖਣਾ ਇਹ ਹੈ ਕਿ ਕੀ ਜਿਵੇਂ ਮੈਨੂੰ ਗੁਰੂ ਮੇਰੇ ਕਹਿੰਦੇ ਹਨ ਉਹ ਮੈਂ ਕੰਮ ਕਰਦਾ ਹਾਂ। ਕਿਸ ਗੁਰੂ ਦੀ ਇਜਾਜ਼ਤ ਹੈ ਵੀ ਤੂੰ ਅੱਖਾਂ ਨਾਲ ਮੈਲਾ ਵੇਖਿਆ ਕਰ? ਕਿਸ ਮਤ ਦੀ, ਕਿਸ ਪੰਥ ਦੀ ਇਜਾਜ਼ਤ ਹੈ ਵੀ ਤੂੰ ਕੌੜਾ ਬੋਲਿਆ ਕਰ? ਕਿਸ ਮਹਾਰਾਜ ਗ੍ਰੰਥ ਦੀ ਇਜਾਜ਼ਤ ਹੈ ਵੀ ਤੂੰ ਕਿਸੇ ਦੀ ਨਿੰਦਾ ਕਰਿਆ ਕਰ? ਕੋਈ ਕਹਿੰਦਾ, ਉਹ ਤਾਂ ਕਹਿੰਦੇ ਨੇ ਖਾਕ ਨਾ ਨਿੰਦੀ ਆ ਖਾਕੂ ਜੇੜ ਨਾ ਕੋਈ, ਜੀਵਦਿਆ ਪੈਰਾਂ ਥਲੇ ਹੋਇਆ ਉੱਪਰ ਕੋਈ। ਇੱਕੋ ਪੰਕਤੀ ਧਾਰਨ ਕਰਕੇ ਲੈ ਜਾਓ ਤੇਰੇ ਭਾਣੇ ਸਰਬੱਤ ਦਾ। ਸਰਬੱਤ ਦਾ ਭਲਾ ਮੰਗ ਲਓ, ਸਰਬੱਤ ਦਾ ਭਲਾ ਦੀ ਪ੍ਰੈਕਟਿਸ ਕਰੋ। ਸੋ ਇਹ ਪਿਆਰਿਓ, ਹੁਣ ਉਹ ਅਜਾਬਲ ਐਡੇ ਵੱਡੇ ਮਹਾਂਪੁਰਸ਼ਾਂ ਦੀ ਸਮਝ ਕਰਕੇ ਹੋਇਆ ਕੀ? ਬੜੇ ਪੰਗ ਉਹ ਸੰਗ ਰਾਜਾ ਸਮੁੰਦਰ ਖਾਲੀ, ਦੁਆਰੇ ਦੁਆਰੇ ਢਾਵਾਂ ਮਾਰਦਾ ਰਾਜਾ। ਐਸੀ ਕੀ ਕਰਦਾ ਉੱਥੇ ਹੀ ਬ੍ਰੇਕਾਂ ਲਾ ਦਿਓ। ਬਈ ਜੀ ਦੇ ਆਖੇ ਨਹੀਂ ਲੱਗਣਾ। ਆਖਰੀ ਵਚਨ ਸੁਣ ਲਓ। ਕੋਈ ਰਾਜਾ ਕਿਆ ਤਪ ਕਰਨ, ਉਹ ਮਨ ਨੂੰ ਕਹਿੰਦਾ ਵੀ ਹੁਣ ਜੋ ਕੁਝ ਖਾਣਾ ਖਾ ਲੈ, ਹੁਣ ਮੁੜ ਕੇ ਮੈਨੂੰ ਤਪ ਕਰਦੇ ਨੂੰ ਬੁਲਾਏਗਾ। ਮਹਾਪੁਰਸ਼ ਕਹਿੰਦੇ ਤੇਰਾ ਮਨ ਤੈਨੂੰ ਧੋਖਾ ਦਊਗਾ, ਬਚੀ ਇਹਦੇ ਆਖੇ ਨਾ ਲੱਗੀ। ਕਹਿੰਦਾ ਸਤਿਵਚਨ ਮਹਾਰਾਜ ਜਦੋਂ 40 ਕੁ ਦਿਨ ਹੋਏ, ਇੱਕ ਦਿਨ ਕਹਿੰਦਾ ਖੀਰ ਖਾਣੀ। ਉਹ ਕਹਿੰਦਾ ਗੱਲ ਸੁਣੋ, ਹੁਣ ਮੈਂ ਤੈਨੂੰ ਖੀਰ ਕਿੱਥੋਂ ਦਵਾਂ? ਜਿਉਂ-ਜਿਉਂ ਰੋਕੇ ਤਿਉਂ-ਤਿਉਂ ਜ਼ਿਆਦਾ ਮੰਗੇ। ਇਹ ਮਨ ਭੈੜੇ ਪਾਪੀ ਨੂੰ ਸਮਝਾਉਣਾ ਕਿਹੜਾ ਸੌਖਾ ਹੈ, ਜਦੋਂ ਅੜੀਆਂ ਖੋਰਾ ਰਸ ਬਹਿੰਦਾ ਇਹ ਮਨਾਉਣਾ ਕਿਹੜਾ ਸੌਖਾ ਹੈ। ਮਹਾਪੁਰਸ਼ਾਂ ਤੋਂ ਚਲਿਆ ਗਿਆ ਮਹਾਰਾਜ, ਮੈਂ ਬਥੇਰਾ ਰੋਕਦਾ, ਜਦੋਂ ਮੈਂ ਸੁਰਤੀ ਜੋੜਦਾ ਖੀਰ ਮੰਗਦਾ। ਹੁਣ ਕੀ ਕਰਾਂ? ਕਹਿੰਦੇ ਆ ਜਾ ਫਿਰ ਦੱਸ ਦਿੰਦੇ ਤਰੀਕਾ। 15 ਕਿਲੋ ਦੁੱਧ ਦੀ ਖੀਰ ਧਰਤੀ, ਵਧੀਆ ਬਣਾਈ, ਕਰ ਲਈ ਠੰਡੀ, ਲੈ ਗਏ। ਇੱਕ ਕੜਛੀ ਪਾਈ, 2 ਪਾਈਆਂ, 3 ਪਾਈਆਂ। ਕਹਿੰਦਾ ਬਸ। ਕਹਿੰਦਾ ਹੁਣ ਨਹੀਂ ਬਸ, ਆ ਸਾਰਾ ਪੀਦਾ ਤੈਨੂੰ ਖਾਣਾ। ਕੜਛੀ ਸੜਦਾ ਅੰਦਰ ਉਲਟੀ ਆ ਜਾਂਦੀ। ਕਹਿੰਦਾ ਫੇਰ ਮੰਗੇਗਾ ਖੀਰ, ਫੇਰ ਸੜਦਾ ਕੜਛੀ ਉਲਟੀ ਆ ਜਾਂਦੀ ਹੈ। ਹਾੜੇ ਵਾਸਤੇ ਪਾਏ ਵੀ ਮੈਂ ਨਹੀਂ ਮੁੜ ਕੇ ਮੰਗਦਾ। ਆਖੋ ਸਤਿਨਾਮ। ਫੇਰ ਇੱਕ ਦਿਨ ਠੰਡ ਲੱਗੀ,
ਕਹਿੰਦਾ ਚੱਲ ਕੀ ਨਹਾਉਣਾ ਹੈ, ਛੱਡੋ ਖੈਰ। ਮਹਾਂਪੁਰਸ਼ਾਂ ਨੂੰ ਕਿਹਾ ਮਹਾਰਾਜ ਅੱਜ ਮੇਰਾ ਮਨ ਮੈਨੂੰ ਨਹਾਉਣ ਨੂੰ ਮਨਾ ਕਰ। ਕਹਿੰਦੇ ਫਿਰ ਤੈਂ ਕੀ ਕੀਤਾ? ਕਹਿੰਦਾ ਮੈਂ ਤਾਂ ਕੁਛ ਨਹੀਂ ਕੀਤਾ। ਕਹਿੰਦੇ ਗੱਲ ਸੁਣ, ਕੱਲ ਨੂੰ ਸੜੇ ਕੱਪੜੇ ਨਵਾ ਦੀ ਤੜਕੇ ਹੀ। ਜਦ ਕਦੋਂ ਮੈਂ ਨਹੀਂ ਨਹਾਉਣਾ, ਬਹੁਤ ਹੀ ਸੜੇ ਕੱਪੜੇ ਉੱਤੇ ਪਾ ਦੇ ਜਿਹਦੇ ਨਾਲ ਆਪਣੇ ਗੁਨਾਹ ਦੇ ਕੱਪੜੇ ਆ ਇਹਦੇ ਆਖੇ ਨਹੀਂ ਲੱਗਣਾ ਲੈ ਇੰਨਾ ਹੀ ਰੌਲਾ। ਜੋ ਵੀ ਤੁਸੀਂ ਭਾਵੇਂ ਕਿੰਨੇ ਜਾਪ ਕਰੋ, ਅਭਿਆਸ ਕਰੋ, ਬਾਣੀ ਪੜੋ, ਗੀਤਾ ਪੜੋ, ਰਮਾਇਣ ਪੜੋ, ਜਿੰਨਾ ਚਿਰ ਮਨ ਤੁਹਾਡੇ ਤੇ ਕਾਬਜ ਮਨ ਆਪਣੀ ਗੱਲ ਮਨਾਉਂਦਾ ਹੈ, ਉਹਨਾਂ ਚਿਰ ਕਿਸੇ ਯੁੱਗ ਵਿੱਚ ਵੀ ਤੁਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਉਹਦੇ ਨਾਲ ਮਿਲ ਨਹੀਂ ਸਕਦੇ। ਕਿਉਂਕਿ ਮਨ ਦੇ ਆਖੇ ਲੱਗਣ ਵਾਲਾ ਮਨਮੁਖ ਹੋਵੇਗਾ, ਜੋ ਗੁਰਬਾਣੀ ਦੇ ਗੁਰੂ ਦੇ ਆਖੇ ਲੱਗਦਾ ਉਹ ਗੁਰਮੁਖ ਹੋਵੇਗਾ। ਗੁਰੂ ਦੇ ਆਖੇ ਲੱਗਣ ਵਾਲੇ ਨੂੰ ਗੁਰੂ ਦਾ ਰਾਹ ਪਾਉਣ ਲਈ ਰਾਜ ਛੱਡ ਕੇ ਸੂਰ ਚਾਰਨੇ ਪੈਂਦੇ ਨੇ। ਇੱਕੋ ਇੱਕ ਪੁੱਤ ਹੋਵੇ ਉਹਨੂੰ ਵੀ ਸੱਪ ਡੰਗ ਜਾਏ ਤੇ ਫਿਰ ਭਰੋਸਾ ਨਾ ਟੁੱਟੇ। ਇੱਧਰ ਰਾਣੀ ਵਿਕ ਜਾਏ ਭਰੋਸਾ ਨਾ ਟੁੱਟੇ। 1.25 ਰੁਪਏ ਨੂੰ ਪੁੱਤ ਦੀ ਲਾਸ਼ ਨੂੰ ਫੂਕਣ ਨਾ ਦਵੇ ਭਰੋਸਾ ਨਾ ਟੁੱਟੇ। ਇਹ ਤਾਂ ਜੇ ਕੋਈ ਥੋੜੀ ਠੋਕਰ ਵੱਜੇ ਹੁਣ ਤਾਂ ਮੇਰਾ ਜੀ ਕਰਦਾ ਪਾਪ ਕਰਨ ਨੂੰ। ਜਿੱਦਣ ਦਾ ਮੇਰਾ ਪੁੱਤ ਮਰ ਗਿਆ, ਜਿੱਦਣ ਦਾ ਮੇਰਾ ਕੰਮ 'ਚ ਘਾਟਾ ਪੈ ਗਿਆ, ਮੇਰਾ ਤਾਂ ਨਹੀਂ ਜੀ ਕਰਦਾ। ਫਿਰ ਤਾਂ ਤੂੰ ਲੋੜ ਤੂੰ ਕਰਦਾ, ਮਜ਼ਦੂਰ ਹੈ, ਜ਼ਰੂਰਤ ਲਈ ਕਰਦਾ। ਸੈਲਫਿਸ਼ ਪਿਆਰ ਹੈ ਤੇਰਾ, ਪਿਆਰ ਇਹ ਜਿਹਾ ਕਰ ਸੂਲੀ ਚੜ੍ਹਨਾ ਪੈ ਜੇ ਉਸ ਨੂੰ ਖੁਸ਼ੀ ਪ੍ਰਦਾਨ ਕਰ। 3 ਵਚਨ ਯਾਦ ਕਰ ਲਓ, ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਨਾ ਕਰਿਆ ਕਰੋ। ਜੇ ਪੁੰਨ ਨਹੀਂ ਹੁੰਦਾ ਤੇ ਪਾਪ ਨਾ ਕਰਿਆ ਕਰੋ। ਸਭ ਤੋਂ ਵੱਡੀ ਭਗਤੀ ਕੋਈ ਗੁਰਦੁਆਰੇ ਜਾਏ, ਕੋਈ ਮੰਦਿਰ ਜਾਏ, ਕੋਈ ਮੋਨਾ ਹੋਏ, ਕੋਈ ਸਿੱਖ ਹੋਏ, ਆਪਣੀ ਲਾਈਨ ਛੱਡੋ ਨਾ ਤੇ ਕਿਸੇ ਨੂੰ ਬੁਰਾ ਕਹੋ। ਹੁਣ ਅਗਲਾ ਪ੍ਰੋਗਰਾਮ ਪਰਸੋਂ ਨੂੰ ਦਿਨ ਦੇ ਇਸੇ ਤਰ੍ਹਾਂ ਹੀ ਬਹਿਣੀਵਾਲ ਟੋਕਰੀ ਵਿਖੇ ਦੀਵਾਨ ਹੋਣਗੇ ਭਾਈ। 2 ਤਰੀਕ ਤੋਂ 8 ਤਾਰੀਖ ਤੱਕ ਬਹਿਣੀਵਾਲ ਟੋਕਰੀ। ਇੱਥੋਂ ਜਿਹੜੀ ਬੱਸ ਜਗਰਾਵਾਂ ਨੂੰ ਜਾਂਦੀ ਹੈ ਨਾ, ਉਹ ਰਸਤੇ 'ਚ ਬਹਿਣੀਵਾਲ ਟੋਕਰੀ ਪਿੰਡ ਆਉਂਦਾ। ਜਿਹੜੇ ਮਾਈ ਭਾਈ ਬਜ਼ੁਰਗ ਬੱਚੇ ਪਹੁੰਚ ਕੇ ਲਾਭ ਉਠਾਉਣਾ ਚਾਹੁੰਦੇ ਨੇ, ਟੋਕਰੀ ਬਹਿਣੀਵਾਲ ਦੇ ਨਾਲ ਲੱਗਦੀ ਹੈ, ਪਰ ਆਪਾਂ ਬਹਿਣੀਵਾਲ ਪਹੁੰਚਣਾ ਭਾਈ ਜਿਨ੍ਹਾਂ ਦੀ ਇੱਛਾ ਹੋਵੇ, ਔਰ ਉੱਥੇ ਪਹੁੰਚ ਕੇ ਗੁਰੂ ਦੇ ਚਰਨਾਂ ਦਾ ਲਾਹਾ ਗੁਰਬਾਣੀ ਦੁਆਰਾ ਲੁੱਟ ਸਕਦੇ ਹੋ। ਹੁਣ ਆਖਰੀ ਲਾਈਨ ਪੜ੍ਹਨੀ ਹੈ, ਤੁਰਦੇ ਫਿਰਦੇ ਬਹਿੰਦੇ ਉੱਠਦੇ ਇਹ ਪੜ੍ਹਦੇ ਰਿਹਾ ਕਰਿਓ। ਕੀ ਲਓ ਆਖਰੀ ਧਾਰਨਾ ਪੜ੍ਹੋ ਭਾਈ, ਫਿਰ ਸਮਾਪਤੀ ਕੀਤੀ ਜਾ ਰਹੀ ਹੈ। ਮੇਰੇ ਸਤਿਗੁਰ ਕਦੇ ਨਾ ਵਿਸਰੀ, ਆਦਮ ਨਾਮ ਜਪਾਨੀ। 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 ਮੇਰੇ ਸਤਿਗੁਰ ਕਦੇ ਨਾ ਵਿਸਰੀ, ਆਦਮ ਨਾਮ ਜਪਾਨੀ।
फिर मैं इत्थों दे सब शहर वासियों का इलाका निवासियों का इस स्कूल के टॉप मैंबरों का होर आने वाली साध संगत का इत्थों के प्रबंधकों का बहुत बहुत ऋणी हाँ। मेरे तो तुहाडे च इन्ना ही फर्क है, तुसीं गुणां नाल भरपूर हो, मैं गुनाहां नाल भरपूर हाँ। सिमरन करया करो, रात नूं सौण लगे विचार कर लिया करो, ऐ मन अज अखां नाल मैला ते नहीं वेखिया, कौड़ा ते नहीं बोलिया, बुरा ते नहीं सोचिया, नितनेम करन तो बगैर कुछ मूंह नूं तां नहीं लाया। ਜਿਹੜੇ ਪੁਰਸ਼ ਨਿਤਨੇਮ ਕਰਨ ਤੋਂ ਬਗੈਰ ਕੁਝ ਮੂੰਹ ਨੂੰ ਲਗਾਉਂਦੇ ਨੇ ਉਹਨਾਂ ਦੀ ਜੂਨੀ ਸਾਰਿਆਂ ਤੋਂ ਭੈੜੀ ਹੁੰਦੀ ਹੈ ਭਾਈ। ਨਿਤਨੇਮ ਕਰਿਆ ਕਰੋ। ਨਿਤਨੇਮ ਕਿਹੜਾ ਕਰਨਾ ਹੈ? ਐ ਨਹੀਂ ਵੀ ਇੱਕ ਦਿਨ ਦਾ ਨੇਮ ਕਰਨਾ ਜਾਂ ਸਾਲ ਦਾ ਨੇਮ ਕਰਨਾ ਨਹੀਂ। ਨਿਤ ਦਾ ਨੇਮ ਰੱਖਣਾ ਜਦ ਤੱਕ ਜੀਣੇ। ਅੱਖਾਂ ਦਾ ਨੇਮ ਹੈ ਵੀ ਮੈਲਾ ਨਹੀਂ ਵੇਖਣਾ। ਜ਼ਬਾਨ ਦਾ ਨੇਮ ਹੈ ਵੀ ਕੌੜਾ ਨਹੀਂ ਬੋਲਣਾ, ਕਿਸੇ ਨਾਲ ਧੋਖਾ ਨਹੀਂ ਕਰਨਾ। ਕੰਨਾਂ ਦਾ ਨੇਮ ਹੈ ਵੀ ਵਿੱਚ ਨਿੰਦਿਆ ਨਹੀਂ ਪੈਣ ਦੇਣੀ, ਇਹਨਾਂ ਨੂੰ ਨਾਮ ਤੇ ਉਪਦੇਸ਼ ਸੁਣਾਉਣਾ ਹੈ। ਇਉਂ ਕਰਕੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਹੈ। ਜੇ ਇੰਜ ਕਰੋਗੇ ਤਾਂ ਮਾਲਕ ਨੂੰ ਪ੍ਰਵਾਨ ਹੋ ਜਾਓਗੇ। ਅੱਜ ਇਹ ਨਾ ਕਹਿਣਾ ਕਾਫੀ ਹੈ। ਐਕਸਕਿਊਜ਼ ਮੀ।